बहुत ज़्यादा मरीज़ इदां दे ने इस दुनिया दे उत्ते कि जिन्हां ने बहुत सारियां जांचां कराइयां अपनियां लेकिन बीमारी कोई नहीं निकलदी। ਤੁਸੀਂ ਸੈਕਸ ਜ਼ਿਆਦਾ ਵਧੀਆ ਨਹੀਂ ਕਰ ਪਾ ਰਹੇ, ਤੁਸੀਂ ਮਾਨਸਿਕ ਰੋਗੀ ਹੋ ਰਹੇ, ਤੁਸੀਂ ਸੈਕਸ ਅੱਛਾ ਨਹੀਂ ਕਰ ਪਾ ਰਹੇ, ਤੁਸੀਂ ਸ਼ੱਕੀ ਮਜ਼ਾਜ ਹੋ ਰਹੇ, ਤੁਸੀਂ ਸੈਕਸ ਨਹੀਂ ਅੱਛਾ ਕਰ ਪਾ ਰਹੇ, ਤੁਹਾਡੇ ਸੁਭਾਅ ਦੇ ਵਿੱਚ ਚਿੜਚਿੜਾਪਨ ਆਉਂਦਾ, ਤੁਸੀਂ ਸੈਕਸ ਅੱਛਾ ਨਹੀਂ ਕਰ ਪਾ ਰਹੇ, ਆਪਣੀ ਹੀ ਵਾਈਫ ਤੇ ਤੁਸੀਂ ਸ਼ੰਕਾਵਾਦੀ ਹੋਈ ਜਾਂਦੇ ਹੋ, ਤੁਸੀਂ ਸੈਕਸ ਅੱਛਾ ਨਹੀਂ ਕਰ ਪਾ ਰਹੇ, ਬੱਚਾ 1 ਸਾਲ ਨਾ ਹੋਵੇ ਤਾਂ ਗੁਆਂਢੀ ਪੁੱਛੀ ਜਾਂਦੇ ਕੀ ਗੱਲ ਹੋ ਗਈ, ਸੌਖਾ ਮੁੰਡਾ ਠੀਕ ਆ। ਉਹ ਚੀਜ਼ਾਂ ਵੀ ਕਿਤੇ ਨਾ ਕਿਤੇ ਇਫੈਕਟ ਕਰਦੀਆਂ। ਪਹਿਲੇ ਦਿਨ ਹੀ ਕਿਸੇ ਦੇ ਕਹੇ ਕੋ ਆਏ, ਚਾਹੇ ਉਹ ਡੋਡਿਆਂ ਦਾ ਕਾਰਡ ਲਾ ਲਿਆ, ਚਾਹੇ ਅਫੀਮ ਖਾ ਲਈ, ਜਾਂ ਕੋਈ ਗੋਲੀ ਖਾ ਲਈ, ਕੋਈ ਕੈਪਸੂਲ ਖਾ ਲਿਆ, ਚਾਹੇ ਕੋਈ ਆਯੁਰਵੈਦਿਕ ਦੀ ਦਵਾਈ ਖਾ ਲਈ, ਲੇਕਿਨ ਉਹ ਦਵਾਈ ਖਾਣ ਤੋਂ ਬਾਅਦ ਦਿਮਾਗ ਇੱਥੇ ਤੱਕ ਸੈੱਟ ਹੋ ਗਿਆ ਵੀ ਆਹ ਦਵਾਈ ਮੈਂ ਖਾਧੀ ਸੀ, ਮੇਰਾ ਸੈਕਸੁਅਲ ਟਾਈਮਿੰਗ ਇੰਨੀ ਹੋ ਗਈ, ਤੇ ਉਹ ਦੁਬਾਰਾ ਟਾਈਮਿੰਗ ਦੇ ਚੱਕਰ 'ਚ ਹੀ ਮਰੀਜ਼ ਬਣ ਜਾਂਦਾ। ਜਿਸ ਦਾ ਵੀਰਜ ਕਮਜ਼ੋਰ ਹੋ ਜਾਂਦਾ ਹੈ ਤਾਂ ਵੀਰਜ ਕਮਜ਼ੋਰ ਹੋਣ ਦੇ ਨਾਲ ਆਪਣੇ ਆਪ ਹੀ ਬਿਮਾਰੀਆਂ ਲੱਗ ਜਾਂਦੀਆਂ ਨੇ। ਤੁਹਾਨੂੰ ਬਿਮਾਰੀਆਂ ਤੋਂ ਬਚਾਉਂਦਾ ਵੀਰਜ, ਤੁਹਾਡੇ ਸਰੀਰ ਨੂੰ ਤਾਕਤ ਦਿੰਦਾ, ਕੰਨਾਂ ਤੋਂ ਸੁਣਨ, ਜਿਹੜੇ ਲੋਕ ਅੱਜ ਘੱਟ ਸੁਣ ਰਹੇ ਆ, ਅੱਖਾਂ ਤੋਂ ਐਨਕਾਂ ਨਹੀਂ ਲੱਗ ਸਕਦੀਆਂ, ਦਿਮਾਗ ਬਹੁਤਾ ਤੇਜ਼ ਰਹਿੰਦਾ ਗਾ, ਸ਼ਕਤੀ ਤੁਹਾਡੇ ਅੰਦਰ ਪ੍ਰੋਵਾਈਡ ਕਰਦਾ। ਜਿੰਨਾ ਵੀਰਜ ਤੁਹਾਡੇ ਅੰਦਰ ਰਹਿੰਦਾ ਉਹ 80-90% ਐਕਟਿਵ ਮੋਟੈਲਿਟੀ ਬਣਾਉਂਦਾ ਗਾ, ਜਿਹੜਾ ਕਿ ਸ਼ਕਤੀਦਾਇਕ ਬੱਚਾ ਪੈਦਾ ਹੁੰਦਾ। ਫਿਰ ਉਹ ਵੀਰਜ ਦੀ ਤਾਕਤ ਹੈ ਕਿ ਤੁਸੀਂ ਆਪਣੇ ਬਲ ਰਹਿੰਦੇ ਹੋ, ਚਿਹਰੇ 'ਤੇ ਝੁਰੜੀਆਂ ਨਹੀਂ ਪੈਂਦੀਆਂ। ਗੱਲ ਕੋਈ ਹੋਰ ਸੀ, ਦਵਾਈ ਕਿਸੇ ਹੋਰ ਚੀਜ਼ ਦੀ ਲਈ, ਇਫੈਕਟ ਕਿਤੇ ਹੋਰ ਕਰ ਗਈ। ਇਸ ਤਰੀਕੇ ਨਾਲ ਬਹੁਤ ਸਾਰੇ ਲੋਕ ਆ ਜਿਹੜੇ 20-30 ਸਾਲ ਤੋਂ ਦਵਾਈਆਂ ਖਾ ਰਹੇ ਆ, ਸਮਝ ਉਹਨਾਂ ਨੂੰ ਇਸ ਗੱਲ ਦੀ ਲੱਗੀ ਕਿ ਮੈਨੂੰ ਰੋਗ ਕੀ ਆ, ਦਵਾਈ ਮੈਂ ਕਾਹਦੀ ਲੈਣੀ। ਔਰ ਸਤਿਗੁਰੂ ਨੇ ਲਿਖਿਆ ਭਜਨ ਭੋਜਨ ਤੇ ਨਾਰੀ ਤਿੰਨੇ ਪੜਦੇ ਦੇ ਅਧਿਕਾਰੀ। ਸਾਰੀ ਉਮਰ ਸਕੈਨਾਂ ਦੇ ਚੱਕਰਾਂ ਦੇ ਵਿੱਚ ਜਿਹੜਾ ਮਰੀਜ਼ ਪਿਆ ਰਹਿੰਦਾ ਹੈ, ਜਿਹੜੀ ਅਸਲ ਚੀਜ਼ ਚੈੱਕ ਕਰਾਉਣੀ ਚਾਹੀਦੀ ਸੀ, ਮਰਦਾਨਗੀ ਦੀ ਪਾਵਰ ਚੈੱਕ ਕਰਾਉਣੀ ਚਾਹੀਦੀ ਸੀ, ਬਿਮਾਰੀ ਕਿਤੇ ਨਾ ਕਿਤੇ ਉੱਥੇ ਲੁਕੀ ਹੁੰਦੀ ਹੈ ਜੀ। ਅਗਰ ESR 10 ਤੋਂ ਉੱਪਰ ਜਾ ਰਿਹਾ ਤਾਂ ਉਹ ਤੁਹਾਨੂੰ ਇੰਡੀਕੇਟਰ ਦੇ ਰਿਹਾਗਾ ਕਿ ਜਾਂ ਤਾਂ ਤੁਹਾਨੂੰ ਕੋਈ ਬਿਮਾਰੀ ਲੱਗ ਚੁੱਕੀ ਹੈ ਤੇ ਜਾਂ ਤੁਹਾਨੂੰ ਲੱਗਣ ਵਾਲੀ। ਭੋਜਨ ਜਿੱਥੇ ਬੰਦਾ ਕਰਦਾ ਸੀ ਚੌਂਕੜੀ ਮਾਰ ਕੇ, ਉਹ ਤੁਹਾਡੀ ਜਠਾ ਅਗਨੀ ਜਦੋਂ ਚਿੱਤੜ ਤੁਹਾਡੇ ਥੱਲੇ ਫਰਸ਼ ਤੇ ਲੱਗਦੇ ਆ। ਸਤਿ ਸ਼੍ਰੀ ਅਕਾਲ ਜੀ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਕਈ ਵਾਰ ਬੰਦੇ ਨੂੰ ਅਜਿਹੀ ਬਿਮਾਰੀ ਲੱਗ ਜਾਂਦੀ ਹੈ ਕਿ ਉਹ ਵੱਖੋ-ਵੱਖ ਸਿਟੀ ਸਕੈਨਸ ਵੀ ਕਰਾ ਲੈਂਦਾ ਹੈ, MRI ਵੀ ਕਰਾ ਲੈਂਦਾ ਹੈ, ਔਰ ਇੱਥੋਂ ਤੱਕ ਕਿ ਇੰਡੋਸਕੋਪੀ, ਫੈਬਰੋਸਕੈਨ, ਪਤਾ ਨਹੀਂ ਦੁਨੀਆ ਭਰ ਦੀਆਂ ਕਿੰਨੀਆਂ ਜਿਹੜੀਆਂ ਉਹ ਸਕੈਨਾਂ ਕਰਵਾ ਲੈਂਦਾ, ਪਰ ਬਿਮਾਰੀ ਦਾ ਪਤਾ ਨਹੀਂ ਲੱਗਦਾ। ਇੱਥੋਂ ਤੱਕ ਕਿ ਕਈ ਵਾਰ ਵਿਦੇਸ਼ ਦੇ ਵਿੱਚ ਜਾ ਕੇ ਵੀ ਆਪਣੇ ਸਰੀਰ ਦੀ ਜਿਹੜਾ ਮਰੀਜ਼ ਆ ਉਹ ਜਾਂਚ ਕਰਵਾ ਲੈਂਦਾ। ਪਰ ਇਹਨਾਂ ਸਾਰੀਆਂ ਗੱਲਾਂ ਪਿੱਛੇ ਜਿਹੜੇ ਵੈਦ ਜਗਦੀਪ ਸਿੰਘ ਹੋਰਾਂ ਦਾ ਇੱਕ ਵੱਖਰਾ ਹੀ ਤਰਕ ਹੈ, ਇੱਕ ਵੱਖਰੀ ਹੀ ਸਮਝ ਹੈ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅਜਿਹੇ ਦੇ ਵਿੱਚ ਜਿਹੜੇ ਕਿਹੜੇ ਕਾਰਨ ਨੇ ਜਿਹੜੇ ਉਹ ਮੈਟਰ ਕਰਦੇ ਨੇ। ਪਹਿਲਾਂ ਸਵਾਗਤ ਕਰ ਲੈਂਦੇ ਹਾਂ ਹਮੇਸ਼ਾ ਦੀ ਤਰ੍ਹਾਂ। ਬਹੁਤ ਸਵਾਗਤ ਹੈ ਜੀ ਵੈਦ ਜੀ ਹਕੀਕਤ ਟੀਵੀ ਪੰਜਾਬੀ 'ਤੇ ਇੱਕ ਵਾਰ ਫਿਰ। ਸਤਿ ਸ਼੍ਰੀ ਅਕਾਲ ਫਰੂਕੀ ਸਾਹਿਬ, ਤੁਹਾਡਾ ਤੇ ਤੁਹਾਡੇ ਦਰਸ਼ਕਾਂ ਦਾ ਜਿਨ੍ਹਾਂ ਵੱਲੋਂ ਇੰਨਾ ਪਿਆਰ ਮਿਲਦਾ ਹੈ, ਪਰਮਾਤਮਾ ਮਿਹਰ ਕਰੇ, ਸਾਰੀ ਦੁਨੀਆ ਦੇ ਲੋਕ ਤੰਦਰੁਸਤ ਬਖਸ਼ਣ ਜੀ। ਤੇ ਵੈਦ ਜੀ, ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੈ ਕਿ ਬਹੁਤ ਜ਼ਿਆਦਾ ਮਰੀਜ਼ ਇਦਾਂ ਦੇ ਨੇ ਇਸ ਦੁਨੀਆ ਦੇ ਉੱਤੇ ਕਿ ਜਿਨ੍ਹਾਂ ਨੇ ਬਹੁਤ ਸਾਰੀਆਂ ਜਾਂਚਾਂ ਕਰਾਈਆਂ ਆਪਣੀਆਂ ਲੇਕਿਨ ਬਿਮਾਰੀ ਕੋਈ ਨਹੀਂ ਨਿਕਲਦੀ। ਕੀ ਕਾਰਨ ਮੰਨਦੇ ਹੋ ਜੀ? ਫਿਰ ਉਹ ਸਾਰੀ ਜ਼ਿੰਦਗੀ ਕਰਦਾ ਕਬਰਾਂ 'ਚ ਪਹੁੰਚ ਜਾਂਦਾ। ਫਰੂਕੀ ਸਾਹਿਬ, ਪਹਿਲੀ ਗੱਲ ਤਾਂ ਤੁਹਾਡਾ ਸਵਾਲ ਬੜਾ ਇੰਟਰਸਟਿਡ ਆ, ਕਿਉਂਕਿ ਮਹਾਰਾਜ ਦੀ ਕਿਰਪਾ ਬੰਦੇ ਨੂੰ 90% ਤੱਕ ਗੱਲ ਇਹ ਸਮਝ ਨਹੀਂ ਲੱਗਦੀ ਕਿ ਉਹਨੂੰ ਕਿਹੜੀ ਚੀਜ਼ ਸਾਡੇ ਵਾਸਤੇ ਹੈ ਅਤੇ ਕਿਹੜੀ ਚੀਜ਼ ਤੋਂ ਬਚਣਾ ਚਾਹੀਦਾ। ਕਈ ਤਰ੍ਹਾਂ ਦੇ ਰੋਗੀ ਜਿਹੜੇ ਹੁਣ ਅਸੀਂ ਪਿੱਛੇ ਬਹੁਤ ਸਾਰੇ ਪੇਸ਼ੈਂਟਸ ਨਾਲ ਡੀਲ ਕਰਕੇ ਦੇਖੀਏ, 60-70% ਦੇ ਕਰੀਬ ਅਸੀਂ ਜਿਹੜੇ ਪੇਸ਼ੈਂਟਸ ਦੀ ਹਿਸਟਰੀ ਲਿਖੀ ਆ, ਦੇਖਿਆ, ਪੇਸ਼ੈਂਟਸ ਨੂੰ ਮਿਲੇ ਆ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ, ਚਾਹੇ ਉਹ ਦੇਸ਼ ਦੇ ਨੇ ਵਿਦੇਸ਼ ਦੇ ਨੇ, ਛੋਟੀ ਉਮਰ ਦੇ ਬੱਚੇ ਆ, ਬਜ਼ੁਰਗ ਨੇ, ਬਹੁਤ ਸਾਰੇ ਬੰਦੇ ਇਹੋ ਜਿਹੇ ਵੀ ਮਿਲੇ ਜਿਹੜੇ ਕਿ ਕਦੇ ਰੋਗੀ ਨਹੀਂ ਸੀਗੇ, ਉਹਨਾਂ ਨੂੰ ਕੋਈ ਪ੍ਰੋਬਲਮ ਹੈ ਹੀ ਨਹੀਂ ਸੀ, ਲੇਕਿਨ ਸ਼ਬਦਾਂ ਦੇ ਏਰ ਫੇਰ ਨੇ ਬੰਦੇ ਮਰੀਜ਼ ਬਣਾਤੇ। ਬਹੁਤ ਸਾਰੇ ਬੰਦੇ ਉਹਨਾਂ ਨੂੰ ਵੀ ਮੈਂ ਮਿਲਿਆ ਜਿਹੜੇ ਛੋਟੀ ਉਮਰ ਦੇ ਵਿੱਚ ਕਿਸੇ ਦੇ ਕਹੇ ਸ਼ਬਦ ਉਹਨਾਂ ਦੇ ਅੰਦਰ ਲਿਖੇ ਗਏ ਅਤੇ ਉਹ ਨਾਲ ਦੀ ਨਾਲ ਗੱਲ ਜੁੜ ਗਈ। ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਵੀ ਮੈਂ ਮਿਲਿਆ ਜਿਹੜੇ ਮਾਨਸਿਕ ਤੌਰ 'ਤੇ ਬਿਮਾਰ ਨੇ ਅਤੇ ਇਲਾਜ ਉਹ ਆਪਣੇ ਆਪ ਨੂੰ, ਕਿਉਂਕਿ ਜਿਹੜਾ ਬੰਦਾ ਮਾਨਸਿਕ ਰੋਗੀ ਆ, ਸਟਰੈਸ ਦੇ ਵਿੱਚ ਹੈ, ਡਿਪਰੈਸ਼ਨ ਦੇ ਵਿੱਚ ਹੈ, ਉਹ ਕਦੇ ਨਹੀਂ ਮੰਨਦਾ ਕਿ ਮੈਨੂੰ ਡਿਪਰੈਸ਼ਨ ਹੈਗਾ। ਲੇਕਿਨ ਉਹ ਡਿਪਰੈਸ਼ਨ ਇੱਕ ਇਸ ਤਰ੍ਹਾਂ ਦਾ ਘਰ ਕਰ ਜਾਂਦਾ ਕਿ ਉਹ ਇੱਕ ਗੱਲ ਨੂੰ ਹੀ ਫੜ ਕੇ ਬੈਠ ਜਾਂਦਾ ਬੰਦਾ, ਅਤੇ ਉਸ ਗੱਲ ਤੋਂ ਬਾਹਰ ਨਹੀਂ ਨਿਕਲ ਸਕਦਾ। ਉਹ ਵੀ ਬਹੁਤ ਤਰ੍ਹਾਂ ਦੇ ਮਰੀਜ਼ ਜਿਹੜੇ ਹੁਣ ਅਸੀਂ ਦੇਖਿਆ ਕਿ ਇਹੋ ਜਿਹੇ ਰੋਗੀ ਬੰਦੇ ਬਣ ਗਏ
ਜਿਨ੍ਹਾਂ ਨੂੰ ਪ੍ਰੋਬਲਮ ਕੋਈ ਸੀ। ਮੈਂ ਛੋਟੀ ਜਿਹੀ ਉਦਾਹਰਨ ਦੇਣੀ ਚਾਹੁੰਦਾ। ਪੇਟ ਦੇ ਮਰੀਜ਼ ਜਿਵੇਂ ਹੁਣ ਸਾਡੇ ਕੋਲ ਤਕਰੀਬਨ ਅਸੀਂ ਔਸਤਨ 1000 ਬੰਦੇ ਦੇ ਵਿੱਚੋਂ ਸਾਡੇ ਕੋਲ 450 ਤੋਂ 500 ਪੇਸ਼ੈਂਟ ਆ ਜਿਹੜਾ ਫੈਟੀ ਲੀਵਰ ਗ੍ਰੇਡ 1 ਦਾ ਪੇਸ਼ੈਂਟ ਆ। ਜਦੋਂ ਅਸੀਂ ਉਹਨੂੰ ਕਹਿੰਦੇ ਆ ਵੀ ਤੁਸੀਂ ਕੋਈ ਟੈਸਟ ਕਰਾਇਆ, ਉਹ ਕਹਿੰਦੇ ਨਹੀਂ ਜੀ ਦਵਾਈ ਖਾਂਦੇ ਨੂੰ ਮੈਨੂੰ 7 ਸਾਲ ਹੋ ਗਏ, ਕਿਸੇ ਨੂੰ 5 ਸਾਲ ਹੋ ਗਏ, ਕਿਸੇ ਨੂੰ 10 ਸਾਲ ਹੋ ਗਏ, ਤੇ ਟੈਸਟ ਨਹੀਂ ਕਰਾਏ। ਉਹ ਕਹਿੰਦੇ ਟੈਸਟ ਦੀ ਲੋੜ ਨਹੀਂ, ਡਾਕਟਰ ਕਹਿੰਦੇ ਗੈਸ ਤੇਜ਼ਾਬ ਬਣਦਾ ਜੀ, ਤੇਜ਼ਾਬ ਦੀ ਗੋਲੀ ਖਾਈ ਜਾਂਦੇ ਹਾਂ, ਸਵੇਰੇ ਉੱਠ ਕੇ ਕੋਈ ਕੈਪਸੂਲ ਖਾ ਲੈਂਦੇ ਹਾਂ। ਅਤੇ ਪਿਛਲੇ 8-10 ਸਾਲ ਤੋਂ ਅਸੀਂ ਦਵਾਈ ਖਾਈ ਜਾਂਦੇ ਹਾਂ, ਪਰ ਲੋੜ ਨਹੀਂ ਹੁੰਦਾ, ਜਿੱਦੇ ਦਵਾਈ ਛੱਡਦੇ ਹਾਂ ਹਾਲ ਉਹੀ ਦਾ ਉਹੀ ਆ। ਹੁਣ ਗੱਲ ਕੀ ਸੀ ਵੀ ਸਿਰਫ ਸਮਝਣ ਦੀ ਲੋੜ ਸੀ। ਲੀਵਰ ਦੇ ਟੈਸਟ ਕਰਾਏ ਹੁੰਦੇ, ਫੈਟੀ ਲੀਵਰ ਗ੍ਰੇਡ 1 ਸੀ, SGOT-PT ਵੱਧ ਗਏ, ਉਹ ਨੋਰਮਲ ਹੋ ਜਾਂਦੇ, ਬੰਦਾ ਠੀਕ ਹੋ ਜਾਂਦਾ, ਦਵਾਈ ਉਹਦੀ ਬੰਦ ਹੋ ਜਾਣੀ ਸੀ। ਅਤੇ ਉਹਨੂੰ ਦੂਜੀ ਜਿਹੜੀਆਂ ਖਾਣ ਪੀਣ ਦੀਆਂ ਵਸਤੂਆਂ ਉਹ ਖਾਂਦਾ, ਲੀਵਰ ਪ੍ਰੋਪਰ ਅਰਕ ਬਣਾਉਣ ਲੱਗ ਜਾਣਾ ਸੀ, ਉਹਨੇ ਤੱਤ ਬਣਾਉਣੇ ਸੀ, ਅਤੇ ਖਾਧੀ ਹੋਈ ਖੁਰਾਕ ਸਰੀਰ ਨੂੰ ਲੱਗਣੀ ਸੀ, ਅਤੇ ਉਹ ਬਲਵਰਧਕ ਹੋਣਾ ਸੀ, ਉਹ 'ਚ ਸ਼ਕਤੀ ਪੈਣੀ ਸੀ ਅਤੇ ਤਾਕਤ ਮਿਲਣੀ ਸੀ। ਲੀਵਰ ਇਕੱਲਾ ਖਰਾਬ ਹੋ ਗਿਆ, ਲੀਵਰ ਦੇ ਕਾਰਨ ਨਹੀਂ ਟੈਸਟ ਕਰਾਇਆ, ਦਵਾਈਆਂ ਜ਼ਿਆਦਾ ਖਾ ਲਈਆਂ, ਦਵਾਈ ਦੀ ਹੀਟ ਵੱਧ ਗਈ, ਅਤੇ ਫਿਰ ਉਹ ਪਿਸ਼ਾਬ ਹੀ ਦੇਖੀ ਜਾਂਦਾ ਰੋਗੀ ਇੱਥੇ ਤੱਕ ਵੀ ਮੈਨੂੰ ਪਿਸ਼ਾਬ ਅੱਜ ਚਿੱਟਾ ਆ ਗਿਆ, ਅੱਜ ਪੀਲਾ ਆ ਗਿਆ, ਮੈਂ ਪਾਣੀ ਜ਼ਿਆਦਾ ਪੀ ਲਿਆ ਤਾਂ ਮੈਨੂੰ ਪਿਸ਼ਾਬ ਚਿੱਟਾ ਆਉਂਦਾ, ਜੇ ਮੈਂ ਪਾਣੀ ਨਹੀਂ ਪੀਂਦਾ ਤਾਂ ਪਿਸ਼ਾਬ ਪੀਲਾ ਆਉਂਦਾ। ਉਹ ਇੱਕ ਐਸਾ ਰੋਗ ਅੰਦਰ ਹੀ ਅੰਦਰ ਘਰ ਕਰ ਗਿਆ, ਅਤੇ ਫਿਰ ਉਹ ਕੋਈ 2 ਸਾਲ ਤੋਂ ਕੋਈ 10 ਸਾਲ ਤੋਂ ਦਵਾਈਆਂ ਖਾ ਰਿਹਾ ਗਾ। ਇਸੇ ਤਰੀਕੇ ਨਾਲ ਦੂਸਰੀਆਂ ਬਾਕੀ ਬਿਮਾਰੀਆਂ ਨੇ, ਚਾਹੇ ਉਹ ਡਿਪਰੈਸ਼ਨ ਕਹਿ ਲਓ, ਚਾਹੇ ਉਹ ਸੈਕਸ ਦੀ ਪ੍ਰੋਬਲਮ ਕਹਿ ਲਓ। ਔਰ ਇੱਥੇ ਮੈਂ ਇੱਕ ਗੱਲ ਵਿਸ਼ੇਸ਼ ਤੌਰ 'ਤੇ ਤੁਹਾਡੇ ਦਰਸ਼ਕਾਂ ਨੂੰ ਦੱਸਣੀ ਚਾਹੁੰਦਾ। ਬਹੁਤ ਸਾਰੇ ਬੰਦੇ, ਕਿਉਂਕਿ ਆਪਾਂ ਹੁਣ ਜ਼ਿਆਦਾਤਰ ਲੰਮੀ ਗੱਲ ਸੈਕਸ 'ਤੇ ਹੀ ਕੀਤੀ ਹੈ, ਸੈਕਸ ਐਜੂਕੇਸ਼ਨ ਦੀਆਂ ਕਲਾਸਾਂ ਵੀ ਲਾਈਆਂ, ਪਿੰਡਾਂ 'ਚ ਵੀ ਪ੍ਰੋਗਰਾਮ ਹੋ ਰਹੇ ਆ, ਬਹੁਤ ਸਾਰੇ ਪ੍ਰੋਗਰਾਮਾਂ 'ਚ ਲੋਕਾਂ ਨੇ ਉਤਸ਼ਾਹ ਵੀ ਦਿਖਾਇਆ, ਜਾਣਕਾਰੀ ਵੀ ਲਈ ਆ, ਬੱਚੇ ਵੀ ਨਾਲ ਜੁੜੇ ਆ। ਪਰ ਕੁਛ ਕੁ ਲੋਕ ਹਜੇ ਵੀ ਗੱਲ ਇਹ ਕਰਦੇ ਆ ਕਿ ਇਹ ਜਿਹੜੀਆਂ ਗੱਲਾਂ ਆਪਾਂ ਸੈਕਸ ਦੀਆਂ ਕਰਦੇ ਹਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਗੱਲਾਂ ਕਰਨ ਦੀ ਲੋੜ ਕਿਉਂ ਪਈ? ਮਰੀਜ਼ ਤਾਂ ਦਿਨ ਪਰ ਦਿਨ ਵੱਧ ਰਿਹਾ। ਅੱਜ ਸੈਕਸ ਦੇ ਮਰੀਜ਼ ਇੱਥੇ ਤੱਕ ਹੋ ਗਏ, ਆਪਾਂ ਸੋਚ ਸਕਦੇ ਵੀ 20-25 ਸਾਲ ਦਾ ਲੜਕਾ ਜਿਹਦਾ ਵਿਆਹ ਹੋਣਾ, ਅਤੇ ਵਿਆਹ ਤੋਂ 1 ਮਹੀਨਾ ਪਹਿਲਾਂ ਉਹ ਕਹਿ ਰਿਹਾ ਹੈਗਾ ਜੀ ਮੈਨੂੰ ਕੋਈ ਸੈਕਸ ਦੀ ਦਵਾਈ ਚਾਹੀਦੀ ਹੈ, ਮੇਰਾ ਵਿਆਹ ਹੋਣ ਵਾਲਾ, ਤਾਂ ਮੈਨੂੰ ਘਬਰਾਹਟ ਹੋ ਰਹੀ ਹੈ। ਇਹ ਸ਼ਬਦ ਉਹਦੇ ਦਿਮਾਗ 'ਚ ਆਇਆ ਕਿਵੇਂ ਕਿ ਮੈਨੂੰ ਸ਼ਾਦੀ ਤੋਂ ਪਹਿਲਾਂ ਘਬਰਾਹਟ ਆ? ਸਾਡੇ ਬਜ਼ੁਰਗ 5-5, 7-7 ਨਿਆਣੇ ਉਹਨਾਂ ਨੇ ਪੈਦਾ ਕੀਤੇ, ਕਦੇ ਵਿਆਹ ਤੋਂ ਪਹਿਲਾਂ ਕੋਈ ਇਹੋ ਜਿਹੀ ਦਵਾਈ ਨਹੀਂ ਲਈ। ਕੋਈ ਨਾਨਕਿਆਂ ਨੇ ਪੰਜੀਰੀ ਬਣਾ ਕੇ ਦੇਤੀ, ਮਾਈਆਂ ਨੇ ਪੰਜੀਰੀ ਬਣਾ ਕੇ ਦੇਤੀ, ਮਾਂ ਪਿਓ ਨੇ ਕੋਈ ਚੰਗੀ ਖੁਰਾਕ ਬਣਾ ਕੇ ਦਿੱਤੀ, ਉਹ ਗੱਲ ਵੱਖਰੀ ਹੈ। ਪਰ ਕਦੇ ਕਿਸੇ ਨੇ ਇਹੋ ਜਿਹੀ ਦਵਾਈ ਨਹੀਂ ਲਈ ਵੀ ਵਿਆਹ ਤੋਂ 1 ਮਹੀਨਾ ਪਹਿਲਾਂ ਦਵਾਈ ਖਾਣੀ ਹੈ, ਮੈਨੂੰ ਘਬਰਾਹਟ ਹੋ ਰਹੀ ਹੈ, ਜਾਂ ਮੈਂ ਪ੍ਰੀਮੈਚਿਓਰ ਦਾ ਪੇਸ਼ੈਂਟ ਨਾ ਹੋ ਜਾ, ਜਾਂ ਮੈਂ ਜਲਦੀ ਡਿਸਚਾਰਜ ਨਾ ਹੋ ਜਾ, ਜਾਂ ਮੇਰਾ ਸਟੈਮੀਨਾ ਘੱਟ ਨਾ ਹੋਵੇ, ਮੈਂ ਆਪਣੀ ਪੈਨਿਸ ਨੂੰ ਤਾਕਤ ਦੇਣ ਲਈ ਦਵਾਈਆਂ ਖਾਵਾਂ। ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਉਹ ਛੋਟੀ ਜਿਹੀ ਉਮਰ ਦੇ ਬੱਚੇ ਦੇ ਅੰਦਰ ਜਦੋਂ ਟੱਚ ਕਰ ਜਾਂਦੀਆਂ ਨੇ। ਔਰ ਮੈਂ ਇੱਥੇ ਤੱਕ ਮਾਨਸਿਕ ਰੋਗੀ ਦੇਖਿਆ ਕਿ ਪਹਿਲੇ ਦਿਨ ਹੀ ਆਪਣੀ ਗ੍ਰਸਤੀ ਨੂੰ ਨਰਕ ਬਣਾਤਾ ਲੋਕਾਂ ਨੇ। ਅੱਜ ਪਹਿਲਾ ਦਿਨ ਹੈ, ਆਪਣੀ ਵਾਈਫ ਨੂੰ ਮਿਲਣਾ, ਅਤੇ ਪਹਿਲੇ ਦਿਨ ਹੀ ਕਿਸੇ ਦੇ ਕਹੇ ਕੋ ਆਏ, ਚਾਹੇ ਉਹ ਡੋਡਿਆਂ ਦਾ ਕਾਰਡ ਲਾ ਲਿਆ, ਚਾਹੇ ਅਫੀਮ ਖਾ ਲਈ, ਜਾਂ ਕੋਈ ਗੋਲੀ ਖਾ ਲਈ, ਕੋਈ ਕੈਪਸੂਲ ਖਾ ਲਿਆ, ਚਾਹੇ ਕੋਈ ਆਯੁਰਵੈਦਿਕ ਦੀ ਦਵਾਈ ਖਾ ਲਈ, ਲੇਕਿਨ ਉਹ ਦਵਾਈ ਖਾਣ ਤੋਂ ਬਾਅਦ ਦਿਮਾਗ ਇੱਥੇ ਤੱਕ ਸੈੱਟ ਹੋ ਗਿਆ ਵੀ ਆਹ ਦਵਾਈ ਮੈਂ ਖਾਧੀ ਸੀ, ਮੇਰਾ ਸੈਕਸੁਅਲ ਟਾਈਮਿੰਗ ਇੰਨੀ ਹੋ ਗਈ, ਅਤੇ ਉਹ ਦੁਬਾਰਾ ਟਾਈਮਿੰਗ ਦੇ ਚੱਕਰ 'ਚ ਹੀ ਮਰੀਜ਼ ਬਣ ਜਾਂਦਾ, ਅਤੇ ਸਾਰੀ ਜ਼ਿੰਦਗੀ ਕਦੇ ਇੱਕ ਦਵਾਈ ਛੱਡਤੀ, ਦੂਜੀ ਲੈ ਲਈ, ਦੂਜੀ ਨੂੰ ਛੱਡਤੀ, ਤੀਜੀ ਲੈ ਲਈ। ਇਹ ਵੀ ਸਾਰੇ ਦੇ ਸਾਰੇ ਮਾਨਸਿਕ ਰੋਗੀ। ਔਰ ਗੱਲ ਕੋਈ ਹੋਰ ਸੀ, ਦਵਾਈ ਕਿਸੇ ਹੋਰ ਚੀਜ਼ ਦੀ ਲਈ, ਇਫੈਕਟ ਕਿਤੇ ਹੋਰ ਕਰ ਗਈ। ਇਸ ਤਰੀਕੇ ਨਾਲ ਬਹੁਤ ਸਾਰੇ ਲੋਕ ਆ ਜਿਹੜੇ 20-20, 30-30 ਸਾਲ ਤੋਂ ਦਵਾਈਆਂ ਖਾ ਰਹੇ ਆ, ਸਮਝ ਉਹਨਾਂ ਨੂੰ ਇਸ ਗੱਲ ਦੀ ਲੱਗੀ ਨਹੀਂ ਕਿ ਮੈਨੂੰ ਰੋਗ ਕੀ ਆ, ਦਵਾਈ ਮੈਂ ਕਾਹਦੀ ਲੈਣੀ ਹੈ। ਜਿਵੇਂ ਮੈਂ ਤੁਹਾਨੂੰ ਇੱਕ ਤਕਰੀਬਨ ਹੁਣ ਅਸੀਂ 7-8 ਹਜ਼ਾਰ ਪੇਸ਼ੈਂਟ ਇਹੋ ਜਿਹਾ ਦੇਖਿਆ ਜਿਨ੍ਹਾਂ ਨੂੰ ਅਸੀਂ ਕੁਆਰੇ ਬੱਚਿਆਂ ਨੂੰ ਕਿਹਾ ਵੀ ਜਦ ਤੱਕ ਤੁਹਾਡੀ ਮੈਰਿਜ ਨਹੀਂ ਹੁੰਦੀ ਉਹਨਾਂ ਚਿਰ ਤੁਸੀਂ ਟੈਸਟੋਸਟੇਰੋਨ ਚੈੱਕ ਨਹੀਂ ਕਰਾਉਣਾ ਆਪਣਾ। ਉਹ ਕਹਿੰਦੇ ਨਹੀਂ ਜੀ, ਸਾਨੂੰ ਆਮ ਬੰਦੇ ਇਹ ਗੱਲ ਕਹਿੰਦੇ ਵੀ ਟੈਸਟੋਸਟੇਰੋਨ ਚੈੱਕ ਕਰਾ ਲੈਣਾ ਚਾਹੀਦਾ, 1200 ਹੋਣਾ ਚਾਹੀਦਾ, 1000 ਹੋਣਾ ਚਾਹੀਦਾ। ਮੈਂ ਲੋਕਾਂ ਨੂੰ ਇੱਕ ਬੇਨਤੀ ਹੱਥ ਜੋੜ ਕੇ ਕਰਨੀ ਚਾਹੁੰਦਾ, ਖਾਸ ਕਰਕੇ ਨੌਜਵਾਨ ਬੱਚਿਆਂ ਨੂੰ ਅਤੇ ਕੁਆਰਿਆਂ ਨੂੰ। ਜਦੋਂ ਤੁਹਾਡੀ ਮੈਰਿਜ ਹੋਣੀ ਹੈ, ਬਹੁਤ ਸਾਰੇ ਸੈੱਲ ਇਹੋ ਜਿਹੇ ਆ ਜਿਹੜੇ ਤੁਹਾਡੀ ਸ਼ਾਦੀ ਤੋਂ ਬਾਅਦ ਜਿਹੜੇ ਇਨਬੈਲੈਂਸ ਹਾਰਮੋਨਸ ਨੇ ਉਹ ਬੈਲੈਂਸ ਹੋਣੇ ਸ਼ੁਰੂ ਹੋ ਜਾਂਦੇ ਆ। ਆਪਾਂ ਪਹਿਲਾਂ ਵੀ ਇੰਟਰਵਿਊ ਕੀਤੀ ਹੈ ਵੀ ਕੁਆਰਾ ਲੜਕਾ, ਕੁਆਰੀ ਲੜਕੀ ਜਦੋਂ ਆਪਾਂ ਵਿਆਹ ਕਰਦੇ ਉਹ ਦੁਬਲੇ ਪਤਲੇ ਆ, ਪਰ ਵਿਆਹ ਤੋਂ 2-3 ਮਹੀਨਿਆਂ ਬਾਅਦ ਸਾਰੇ ਔਰਗਨਸ ਉਹਨਾਂ ਦੇ ਫੈਲਣੇ ਸ਼ੁਰੂ ਹੋ ਜਾਂਦੇ ਆ, ਮੋਟਾਪਾ ਆਉਂਦਾ ਲੜਕੀ 'ਤੇ ਵੀ ਲੜਕੇ 'ਤੇ ਵੀ, ਉਹ ਸਾਰੇ ਹਾਰਮੋਨਸ ਬੈਲੈਂਸ ਹੁੰਦੇ ਆ। ਲੇਕਿਨ ਜਿਹੜੇ ਬੰਦੇ ਨੇ ਪਹਿਲਾਂ ਟੈਸਟੋਸਟੇਰੋਨ ਦਾ ਟੈਸਟ ਕਰਾ ਲਿਆ, ਹੁਣ ਉਹਨੂੰ ਲੱਗਿਆ ਵੀ ਮੇਰਾ ਤਾਂ ਟੈਸਟੋਸਟੇਰੋਨ ਰਹਿ ਗਿਆ 200, ਹਾਰਮੋਨਸ ਇਨਬੈਲੈਂਸ ਨੇ, ਉਹ ਦਿਮਾਗ 'ਚ ਉਹਦੇ ਗੱਲ ਵੜ ਗਈ ਵੀ ਮੇਰਾ ਜੀ ਇਹ ਲੈਵਲ ਘੱਟ ਆ, ਮੈਂ ਸੈਕਸ ਕਰਨ ਦੀ ਪਾਵਰ 'ਚ ਹੈ ਨਹੀਂ, ਮੇਰੇ 'ਚ ਤਾਕਤ ਹੈ ਨਹੀਂ, ਅਤੇ ਪਹਿਲੇ ਹੀ ਦਿਨ ਤੋਂ ਦਵਾਈ ਲੈਂਦਾ ਜਿਹੜਾ ਵਿਆਹ ਤੋਂ ਪਹਿਲਾਂ ਦਵਾਈ ਖਾਣੀ ਸ਼ੁਰੂ ਕਰ ਰਿਹਾ ਹੈ, ਅਤੇ ਕਦੋਂ ਪਹਾੜ ਜਿੰਨੀ ਜ਼ਿੰਦਗੀ ਲੰਘੀ ਉਹਦੀ 'ਚ। ਡਾਕਟਰ ਸਾਹਿਬ, ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਫਿਰ ਇਹੀ ਕਾਰਨ ਹੈ ਕਿ ਸਾਰੀ ਉਮਰ ਲੋਕ ਸਕੈਨਾਂ ਦੇ ਵਿੱਚ ਫਾਈਬਰੋ ਸਕੈਨ ਹੋ ਗਈ, CT ਸਕੈਨ ਹੋ ਗਈ, MRI ਹੋ ਗਈ, ਇਹਦੇ ਵਿੱਚ ਲਗਾ ਦਿੰਦੇ ਨੇ? ਫਰੂਕੀ ਸਾਹਿਬ, ਬਿਮਾਰੀਆਂ ਜਿਹੜੀਆਂ ਨੇ
ਮੈਂ ਸਮਝਦਾ ਕਿ ਪ੍ਰਮਾਤਮਾ ਦੀ ਕਿਰਪਾ ਲਾ ਲਓ ਜਾਂ ਸੱਚੇ ਪਾਤਸ਼ਾਹ ਦੀ ਕਰੋਪੀ ਲਾ ਲਓ, ਜਿਨ੍ਹਾਂ 'ਤੇ ਕਿਰਪਾ ਉਹ ਡਾਕਟਰਾਂ ਵੈਦਾਂ ਹੋਰਾਂ ਤੋਂ ਬਚੇ ਰਹਿੰਦੇ ਆ, ਗੁਰੂ ਘਰ ਨਾਲ ਜੁੜਦੇ। ਤਾਈਓ ਅਸੀਂ ਲੋਕ ਜ਼ਿਆਦਾ ਸਾਨੂੰ ਪੁਰਾਣੇ ਬਜ਼ੁਰਗ ਵੀ ਇਹੀ ਸਲਾਹ ਦਿੰਦੇ ਵੀ ਗੁਰੂ ਘਰ ਨਾਲ ਜੁੜੇ ਰਹੋ। ਉਹਦੇ ਨਾਲ ਤੁਹਾਡਾ ਦਸਵੰਧ ਜਿਹੜਾ ਨਿਕਲਦਾ, ਸ਼ਾਇਦ ਮੈਂ ਇਹ ਸਮਝਦਾ ਕਿ ਜਿਹੜੇ ਲੋਕ ਧਾਰਮਿਕ ਆ ਉਹ ਫਿਰ ਵੀ ਇਸ ਚੀਜ਼ ਤੋਂ ਬਚੇ ਰਹਿੰਦੇ ਆ। ਦੂਸਰੀ ਗੱਲ ਹੈ ਕਿ ਤੁਹਾਡਾ ਜਿਹੜਾ ਖਾਣ ਪਾਣ ਆ, 90% ਲੋਕਾਂ ਨੂੰ ਆਪਣੀ ਡਾਈਟ ਨਹੀਂ ਪਤਾ ਅੱਜ, ਕਿਹੜੀ ਡਾਈਟ ਅਸੀਂ ਲੈਣੀ ਹੈ, ਕਿਹੜੀ ਡਾਈਟ ਨਹੀਂ ਲੈਣੀ। ਅਨਨੈਸੈਸਰੀ ਅਸੀਂ ਜਿਹੜੀ ਡਾਈਟ ਲੈਂਦੇ ਉਹ ਕਿਤੇ ਨਾ ਕਿਤੇ ਸਾਡੇ ਮੋਲੀਕਿਊਲਸ ਨੂੰ ਚੇਂਜ ਕਰਦੀ ਹੈ। ਸਾਡੇ ਗ੍ਰਸਤੀ 'ਤੇ ਵੀ ਅਸਰ ਹੁੰਦਾ ਜੀ ਡਾਈਟ ਦਾ। 90% ਲੋਕ ਜਿਹੜੇ ਡਾਈਟ ਗਲਤ ਖਾਣ ਕਰਕੇ ਗ੍ਰਸਤੀ ਜੀਵਨ 'ਤੇ ਇਫੈਕਟ ਕਰਦੇ ਆ। ਪ੍ਰੀ ਮੈਚਿਓਰ ਦੇ ਪੇਸ਼ੈਂਟ ਜਿਨ੍ਹਾਂ ਨੂੰ ਸੈਕਸੁਅਲ ਟਾਈਮਿੰਗ ਦੀ ਪ੍ਰੋਬਲਮ ਆਪਾਂ ਕਹਿੰਦੇ ਹਾਂ, ਜਾਂ ਡਰੋਪਿੰਗ ਜਿਹਨਾਂ ਨੂੰ ਪੈਨਿਸ ਦੇ ਵਿੱਚੋਂ ਡਰੋਪ ਆਉਣਾ ਸ਼ੁਰੂ ਹੋ ਜਾਂਦਾ, ਜਾਂ ਸੁਪਨ ਦੋਸ਼ ਆਪਾਂ ਕਹਿੰਦੇ, ਸੁਪਨੇ ਦਾ ਦੋਸ਼ ਆਪਾਂ ਉਹਦੀ ਇੰਟਰਵਿਊ ਵੀ ਕੀਤੀ ਹੈ। ਇਹ ਹੋਣ ਦੇ ਸਭ ਤੋਂ ਵੱਡੇ ਰੀਜ਼ਨ ਹੈ ਕਿ ਤੁਹਾਡੇ ਅੰਦਰ ਹੀਟ ਕਿੰਨੀ ਵੱਧਦੀ ਹੈ। ਇੱਕ ਬੰਦਾ ਆਪਣੀ ਵਾਈਫ ਨਾਲ ਸੌਂ ਕੇ ਗ੍ਰਸਤ ਕਰ ਰਿਹਾ, ਉਹ ਤਾਂ ਡਿਸਚਾਰਜ ਹੋ ਰਿਹਾ। ਇੱਕ ਬੰਦੇ ਨੇ ਕੱਪੜੇ ਵੀ ਨਹੀਂ ਲਾਏ, ਸੁੱਤਾ ਬੈੱਡ 'ਤੇ, ਇਕੱਲਾ ਸੁੱਤਾ, ਨਾਲ ਵੀ ਕੋਈ ਹੈ ਨਹੀਂਗਾ, ਅਤੇ ਸਿਮਨ ਉਹਦਾ ਡਿਸਚਾਰਜ ਹੋ ਰਿਹਾ ਬਿਨਾਂ ਹੱਥ ਲਾਏ। ਹੁਣ ਆਪਾਂ ਸੋਚ ਸਕਦੇ ਵੀ ਜਿਹੜੀ ਪੈਨਿਸ ਦੇ ਵਿੱਚ ਗ੍ਰਸਤ ਕਰਕੇ ਇੰਟਰਕੋਰਸ ਕਰਨ ਵੇਲੇ ਡਿਸਚਾਰਜ ਹੋਣਾ ਸੀਗਾ, ਕੱਪੜੇ ਵੀ ਨਹੀਂ ਲਾਏ, ਕੀਤਾ ਵੀ ਕੁਛ ਨਹੀਂ, ਕੋਈ ਔਰਗਨਸ ਨੂੰ ਵੀ ਨਹੀਂ ਹੱਥ ਲਾਇਆ, ਤਾਂ ਜਿਹਦਾ ਵੀਰਜ ਆਪਣੇ ਆਪ ਬਾਹਰ ਆਈ ਜਾਂਦਾ। ਇੱਥੋਂ ਆਪਾਂ ਨੂੰ ਸੋਚ ਲੈਣਾ ਚਾਹੀਦਾ ਕਿ ਉਹਦੀ ਪੈਨਿਸ ਦੀਆਂ ਵੇਨਸ ਜਿਹੜੀਆਂ ਨੇ ਉਹ ਕਿੱਥੇ ਤੱਕ ਇਫੈਕਟ ਹੋ ਜਾਣੀ, ਔਰ ਉਹਦੇ ਨਾਲ ਜਿੰਨਾ ਜ਼ੋਰ ਲੱਗਦਾ ਉਹ ਔਰਗਨਸ ਦੇ ਸਾਰੇ ਜਿਹੜੇ ਨਾਲ ਦੇ ਹਾਰਮੋਨਸ ਇਨਬੈਲੈਂਸ ਹੁੰਦੇ ਆ ਉਹ ਹੀਟ ਵਧਾਉਂਦੇ ਆ। ਹੁਣ ਉਹ ਚੀਜ਼ਾਂ ਕਿਹੜੀਆਂ ਨੇ ਜਿਹੜੀਆਂ ਸਾਨੂੰ ਨਹੀਂ ਖਾਣੀਆਂ ਚਾਹੀਦੀਆਂ। ਅੱਜ ਅਸੀਂ ਲੋਕਾਂ ਨੂੰ ਕਹਿੰਦੇ ਵੀ ਰਾਤ ਨੂੰ ਸੌਣ ਲੱਗੇ, ਜੇ ਤੁਹਾਡੀ ਉਮਰ 25 ਤੋਂ 30 ਸਾਲ ਦੀ ਹੈ ਤਾਂ ਤੁਸੀਂ ਰਾਤ ਨੂੰ ਸੌਣ ਲੱਗੇ ਪ੍ਰੋਟੀਨ ਨਹੀਂ ਲੈਣਾ। ਉਹ ਕਹਿੰਦੇ ਪ੍ਰੋਟੀਨ ਤਾਂ ਮੈਂ ਖਾਂਦਾ ਹੀ ਨਹੀਂ ਜੀ, ਲੇਕਿਨ ਬਾਟੀ ਭਰ ਕੇ ਦਾਲ ਖਾਈ ਜਾਂਦੇ ਆ। ਹੁਣ ਇਲਾਜ ਕਾਹਦਾ? ਮੇਰਾ ਜੀ ਯੂਰਿਕ ਐਸਿਡ ਵੱਧਦਾ। ਦਾਲ ਖਾਣ ਨੂੰ ਕਿਹਾ ਕਿਹਨੇ ਆ? ਜੇ ਕੱਲੀ ਦਾਲ ਛੱਡਦੀ ਹੈ ਤਾਂ ਯੂਰਿਕ ਐਸਿਡ ਕੰਟਰੋਲ ਹੋ ਗਿਆ, ਪਰ ਨਹੀਂ ਦਾਲ ਮੈਨੂੰ ਬਹੁਤ ਸਵਾਦ ਲੱਗਦੀ ਹੈ, ਅਤੇ ਮੈਂ ਕਿਹਾ ਫਿਰ ਦੋਨੇ ਕੰਮ ਕਰ ਲਿਆ ਕਰੋ, ਇੱਧਰੋਂ ਦਾਲ ਖਾਈ ਚੱਲੋ ਅਤੇ ਉੱਧਰ ਯੂਰਿਕ ਐਸਿਡ ਦੀਆਂ ਦਵਾਈਆਂ ਲਈ ਚੱਲੋ, ਅਤੇ ਸਤਨਾਮ ਸ਼੍ਰੀ ਵਾਹਿਗੁਰੂ ਆਪੇ ਹੀ ਹੋ ਜਾਣਾ। ਸਾਰੀ ਜ਼ਿੰਦਗੀ ਦਵਾਈਆਂ 'ਚ ਲੰਘ ਗਈ। ਕਿਸੇ ਦਾ ਯੂਰਿਕ ਐਸਿਡ ਵੱਧ ਰਿਹਾ, ਕਿਸੇ ਦਾ ESR ਵੱਧ ਰਿਹਾ। ਇੱਕ ਗੱਲ ਮੈਂ ਇੱਥੇ ਵਿਸ਼ੇਸ਼ ਤੌਰ 'ਤੇ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ, ESR ਜਿਹੜਾ ਸਾਡੇ ਅੰਦਰ ਹੁੰਦਾ ਉਹ ਇੱਕ ਇੰਡੀਕੇਟਰ। ਤੁਹਾਡੀ ਪੂਰੀ ਬੋਡੀ ਦੇ ਅੰਦਰ ਅਗਰ ਕੋਈ ਵੀ ਪ੍ਰੋਬਲਮ ਹੋ ਗਈ ਅਤੇ ਜਾਂ ਹੋਣ ਵਾਲੀ ਹੈ ਤਾਂ ਉਹ ਇੰਡੀਕੇਟਰ ਸਾਇਲੈਂਟ ਕਰਦਾ ਗਾ, ਉਹ ਹੈਗਾ ESR। ਅਗਰ ESR 10 ਤੋਂ ਉੱਪਰ ਜਾ ਰਿਹਾ ਤਾਂ ਉਹ ਤੁਹਾਨੂੰ ਇੰਡੀਕੇਟਰ ਦੇ ਰਿਹਾ ਗਾ ਕਿ ਜਾਂ ਤਾਂ ਤੁਹਾਨੂੰ ਕੋਈ ਬਿਮਾਰੀ ਲੱਗ ਚੁੱਕੀ ਹੈ ਅਤੇ ਜਾਂ ਤੁਹਾਨੂੰ ਲੱਗਣ ਵਾਲੀ ਹੈ। ਲੇਕਿਨ ਬਹੁਤ ਸਾਰੇ ਬੰਦੇ ESR 100 ਆ ਅਤੇ ਮੇਰੇ ਵਰਗੇ ਕੋਲੇ ਮੈਂ ਜੇ ਕਹਿੰਦਾ ਟੈਸਟ ਰਿਪੋਰਟ, ਕੋਈ ਟੈਸਟ ਤਾਂ ਕਰਾਇਆ ਨਹੀਂ ਜੀ, ਤੁਸੀਂ ਬਸ ਗੋਡਿਆਂ ਦੀ ਦਵਾਈ ਦੇ ਦਿਓ। ਅੱਜ ਗੋਡਿਆਂ ਦੀ ਦਵਾਈ ਖਾ ਖਾ ਕੇ ਲੱਤਾਂ ਵਿੰਗੀਆਂ ਹੋ ਗਈਆਂ ਸਾਡੇ ਬਜ਼ੁਰਗਾਂ ਦੀਆਂ। ਦਾਲ ਦਾ ਪਰਹੇਜ਼ ਨਹੀਂ ਕੀਤਾ। ਕੱਲੀ ਦਾਲ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਕਿਉਂਕਿ ਸਾਡੇ ਛੋਟੇ ਬੱਚਿਆਂ ਨੂੰ ਬੋਡੀ ਦੇ ਅੰਦਰ ਸਟਰਕਚਰ ਬਣਾਉਣ ਵਾਸਤੇ ਪ੍ਰੋਟੀਨ ਚਾਹੀਦਾ, ਲੇਕਿਨ ਬਜ਼ੁਰਗ ਨੇ 70 ਸਾਲ ਦੇ ਨੇ, ਹੁਣ ਕੀ ਕਰਨਾ? ਮੇਰੇ ਵਰਗਾ 35-40 ਸਾਲ ਦਾ ਬੰਦਾ ਜਿਹੜਾ, ਉਹਦੇ ਨਾ ਲੱਕ ਵਧਣਾ, ਨਾ ਕੱਦ ਵਧਣਾ, ਨਾ ਸਿਹਤ ਵਧਣੀ ਹੈ, ਕਮਜ਼ੋਰ ਭਾਵੇਂ ਹੋ ਜੇ, ਪਰ ਉਹ ਤਾਂ ਵੀ ਦਾਲ ਭਰ ਕੇ ਖਾਈ ਜਾਂਦਾ, ਅਤੇ ਫਿਰ ਗੋਡੇ ਤਾਂ ਦੁਖਣੇ ਹੀ ਜਾਂਦੇ ਜੀ। ਇਵੇਂ ਜਿਵੇਂ ਚਾਹੇ ਉਹ ਸੈਕਸ ਦੇ ਮਰੀਜ਼ ਹੈ, ਚਾਹੇ ਇਨਫਰਟੀਲਿਟੀ ਦੇ ਮਰੀਜ਼ ਹੈ, ਚਾਹੇ ਹਾਰਮੋਨਸ ਦੇ ਮਰੀਜ਼ ਹੈ। ਮੈਂ ਤੁਹਾਨੂੰ ਇੱਕ ਗੱਲ ਵਿਸ਼ੇਸ਼ ਤੌਰ 'ਤੇ ਦੱਸਣੀ ਚਾਹੁੰਦਾ, ਬਹੁਤ ਸਾਰੇ ਪੇਸ਼ੈਂਟ ਸਾਡੇ ਕੋਲ ਜਿਹੜੇ ਹੁਣ ਆਏ ਆ ਜਿਨ੍ਹਾਂ ਦਾ ਸੀਮਨ ਨਿਲ ਹੈ, ਐਕਟਿਵ ਮੋਰਟੈਲਿਟੀ ਨਿਲ ਆ, ਉਹਨਾਂ ਨੂੰ ਵੀ ਮੈਂ ਬੇਨਤੀ ਕਰਨੀ। ਕੀ ਹੁੰਦਾ ਜੀ? ਵੀਰਜ ਦੇ 4 ਤਰ੍ਹਾਂ ਦੇ ਸੈੱਲ ਹੈ, ਇੱਕ ਐਕਟਿਵ ਮੋਰਟੈਲਿਟੀ ਹੈ, ਇੱਕ ਸਲੂਗਸ਼ ਹੈ, ਇੱਕ ਡੈਡ ਸੈੱਲ ਹੈ, ਇੱਕ ਪਸ ਸੈੱਲ ਹੈ। ਪਹਿਲਾਂ ਤਾਂ ਸਾਡੇ ਜਿਹੜੇ ਪਸ ਸੈੱਲ ਹੈ 1 ਤੋਂ 2% ਹੋਣੇ ਚਾਹੀਦੇ, 2 ਤੋਂ 4 ਜਿਹੜੇ ਬੰਦਿਆਂ ਦੇ ਅੰਦਰ ਹੀਟ ਵੱਧਦੀ ਉਹਨਾਂ ਦੇ 2 ਤੋਂ 4 ਹੋ ਜਾਂਦੇ ਆ। ਲੇਕਿਨ ਮੈਂ ਪਸ ਸੈੱਲ ਇੱਥੇ ਤੱਕ ਵੀ ਦੇਖੇ ਵੀ 8 ਤੋਂ 10% ਤੱਕ ਲੋਕਾਂ ਦੇ ਹੋ ਗਏ, ਡੈਡ ਸੈੱਲ ਦੀ ਮਾਤਰਾ ਵੱਧ ਗਈ ਔਰ ਐਕਟਿਵ ਮੋਰਟੈਲਿਟੀ ਨਿਲ ਹੋ ਗਈ। ਉਹਨਾਂ ਬੰਦਿਆਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਜਿਨ੍ਹਾਂ ਦੇ ਐਕਟਿਵ ਮੋਰਟੈਲਿਟੀ ਨਿਲ ਹੈ। 2 ਤਰ੍ਹਾਂ ਦੇ ਸੈੱਲ ਆ, ਇੱਕ ਸੈੱਲ ਹੁੰਦੇ ਜਿਹੜੇ ਸਾਡੇ ਅੰਡਕੋਸ਼ ਦੇ ਅੰਦਰ ਗੱਠਾਂ ਬਣ ਕੇ ਰੁਕ ਜਾਂਦੇ ਆ, ਵੈਰੀਕੋਸੀਲ ਵੀ ਕਹਿ ਦਿੰਦੇ ਆ ਉਹਨੂੰ, ਉਹ ਗੱਠਾਂ ਅੰਦਰ ਹੀ ਅੰਦਰ ਬਣ ਜਾਂਦੀਆਂ ਅਤੇ ਉਹਦੇ ਨਾਲ ਵੀ ਸਿਮਨ ਜਿਹੜੇ ਆ ਬਾਹਰ ਆਉਣੋਂ ਸੈੱਲ ਹਟ ਜਾਂਦੇ ਆ। ਲੇਕਿਨ ਜਿਹੜੇ ਬੰਦਿਆਂ ਦੇ ਨਿਲ ਨੇ ਉਹ ਵੀ ਦਵਾਈਆਂ ਬਹੁਤ ਜ਼ਿਆਦਾ ਨਾ ਖਾਣ, ਕਿਉਂਕਿ ਜਿੰਨੀਆਂ ਵੀ ਅਸੀਂ ਐਕਟਿਵ ਮੋਰਟੈਲਿਟੀ ਨੂੰ ਨਿਲ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਦਵਾਈਆਂ ਦਿੰਦੇ ਹਾਂ, ਉਹ ਗਰਮ ਦਵਾਈਆਂ ਵੀ ਤੁਹਾਡੀ ਸੈਕਸੁਅਲ ਲਾਈਫ 'ਤੇ ਇਹੋ ਜਿਹਾ ਇਫੈਕਟ ਪਾਉਂਦੀਆਂ ਵੀ ਤੁਸੀਂ ਸੈਕਸ ਕਰਨ ਜੋਗੇ ਵੀ ਨਹੀਂ ਰਹਿੰਦੇ। 90% ਲੋਕ ਪ੍ਰੀ ਮੈਚਿਓਰ ਦੇ ਪੇਸ਼ੈਂਟ ਬਣ ਕੇ ਸੈਕਸੁਅਲ ਟਾਈਮ ਵਧਾਉਣ ਦੀਆਂ ਦਵਾਈਆਂ ਖਾਈ ਜਾਂਦੇ ਆ ਕੇ ਜੜ 'ਤੇ ਖੜਨਾ ਨਹੀਂ ਕਿ ਵੀਰਜ ਅੰਦਰ ਰੁਕ ਕਿਉਂ ਨਹੀਂ ਰਿਹਾ। ਸੰਦਾਗਤ ਇੱਕ ਚੀਜ਼ ਹੁੰਦੀ ਹੈ ਜਿਹੜੀ ਵੀਰਜ ਨੂੰ ਗੱਠ ਬਣਾ ਦਿੰਦੀ ਹੈ, ਲੇਕਿਨ ਉਹ ਵੀਰਜ ਨੂੰ ਰੋਕਣ ਦੀ ਬਜਾਏ ਗ੍ਰਸਤ ਦਾ ਤਾਈਓ ਕਰ ਪਾਊਗਾ ਨਾ ਜੇ ਇੰਦਰੀ 'ਚ ਵੀਰਜ ਰੁਕੂਗਾ। ਹੁਣ ਜਿਹਦਾ ਵੀਰਜ ਰੋਕ ਹੀ ਨਹੀਂ ਰਿਹਾ ਤਾਂ ਚਾਹੀਦੀ ਤਾਂ ਉਹਨੂੰ ਤਸੀਰ ਮੁਤਾਬਕ ਠੰਡੀ ਦਵਾਈ ਸੀ ਜਿਹੜੀ ਵੀਰਜ ਨੂੰ ਜਮਾ ਦੇ,
ਤੇ ਦਵਾਈ ਉਹ ਲਈ ਜਾਂਦਾ ਜੀ ਮੈਂ ਸੋਨੇ ਦਾ ਕੁਛ ਖਾ ਲਿਆ, ਮੈਂ ਚਾਂਦੀ ਖਾ ਲਈ ਜੀ, ਚਾਂਦੀ ਠੰਡੀ ਹੈ, ਪਰ ਕਿਹੜੀ ਤਸੀਰ 'ਚ ਖਾ ਰਿਹਾ ਸੀ? ਜੈਫਲ, ਜਵੱਤਰੀ, ਲੌਂਗ, ਦਾਲਚੀਨੀ, ਮਗਾ, ਇਹ ਸਾਰੀਆਂ ਤਸੀਰ ਮੁਤਾਬਕ ਗਰਮ ਹੈ, ਚਾਹੀਦੀ ਠੰਡੀ ਹੈ। ਤਵਾਸ਼ੀਰ ਹੋ ਗਈ, ਰੁੰਮੀ ਮਸਤਗੀ ਹੋ ਗਈ, ਰਾਲ ਹੋ ਗਈ, ਜਾਂ ਬਹੁਤ ਸਾਰੇ ਚਾਂਦੀ ਦੇ ਕੁਸ਼ਤੇ, ਸੋਨੇ ਦੇ ਕੁਸ਼ਤੇ ਠੰਡੇ ਆ, ਪਿਸਟੀਆਂ ਨੇ ਉਹਦੇ ਵਿੱਚ, ਫਿਰ ਬਹੁਤ ਸਾਰੇ ਅਸਵ ਨੇ, ਅਰਕ ਨੇ। ਇਹਨਾਂ ਚੀਜ਼ਾਂ ਨੇ ਵੀ ਸਾਡੇ ਲੋਕ ਮਰੀਜ਼ ਬਣਾਤੇ। ਬਿਮਾਰੀ ਕੋਈ ਹੋਰ ਸੀ ਅਤੇ ਦਵਾਈਆਂ ਕੋਈ ਹੋਰ ਲੈਣੀਆਂ ਸ਼ੁਰੂ ਕਰਤੀਆਂ। ਔਰਤਾਂ ਦੇ ਵਿੱਚ ਵੀ ਸਭ ਤੋਂ ਵੱਡੀ ਪ੍ਰੋਬਲਮ ਹੋ ਰਹੀ ਹੈ, ਲੇਡੀਜ਼ ਨੂੰ ਮੈਂਸਸ ਨਹੀਂ ਆ ਰਹੇ, ਸਭ ਤੋਂ ਵੱਡੀ ਪ੍ਰੋਬਲਮ PCOD ਹੋ ਗਈ। ਹੁਣ ਜਿਹੜੀ ਲੇਡੀਜ਼ ਨੂੰ ਰਾਤ ਨੂੰ ਮਾਹਵਾਰੀ ਜਦੋਂ ਆ ਜਾਂਦੀ ਹੈ, ਪਹਿਲੇ ਦਿਨ ਜਿੱਤੇ ਮਾਹਵਾਰੀ ਹੈ ਕਿ ਉਸ ਦਿਨ ਤੋਂ ਦੁੱਧ ਦਾ ਪਦਾਰਥ ਨਹੀਂ ਖਾਣਾ ਚਾਹੀਦਾ। ਹਜ਼ਾਰਾਂ ਲੇਡੀਜ਼ ਦੇ ਅੰਦਰ ਅੱਜ ਰਸੌਲੀਆਂ ਬਣ ਰਹੀਆਂ ਨੇ, ਉਹ ਵੀ ਬੜੀ ਵਾਰ ਬੇਨਤੀ ਕਰਕੇ ਦੇਖ ਲਿਓ, ਔਰ ਦੁਬਾਰਾ ਵੀ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ 20-20, 25-25 ਸਾਲ ਦੀਆਂ ਕੁੜੀਆਂ 'ਚ ਜਿਨ੍ਹਾਂ 'ਚ ਰਸੌਲੀ ਹੋ ਗਈ, ਪਹਿਲਾਂ ਪਾਣੀ ਵਾਲੀ ਅਤੇ ਫਿਰ ਮਾਸ ਵਾਲੀ, ਉਹ ਹੌਲੀ ਹੌਲੀ ਇਹੋ ਜਿਹੇ ਹਾਲਾਤ ਆ ਕਿ 20-20, 25-25, 30-30 ਸਾਲ ਦੀਆਂ ਕੁੜੀਆਂ ਦੀ ਅੱਜ ਬੱਚਾਦਾਨੀ ਕੱਢਤੀ ਅਤੇ ਬੱਚਾ ਪੈਦਾ ਕਰਨ ਦੇ ਯੋਗ ਨਹੀਂ ਰਹੀਆਂ। ਵੈਸੇ ਤੁਸੀਂ ਇੱਕ ਗੱਲ ਕਰ ਰਹੇ ਸੀ ਕਿ ਜਿਸ ਦਾ ਵੀਰਜ ਕਮਜ਼ੋਰ ਹੋ ਜਾਂਦਾ ਹੈ ਤਾਂ ਵੀਰਜ ਕਮਜ਼ੋਰ ਹੋਣ ਦੇ ਨਾਲ ਆਪਣੇ ਆਪ ਹੀ ਬਿਮਾਰੀਆਂ ਲੱਗ ਜਾਂਦੀਆਂ ਨੇ ਜੀ। ਫਿਰ ਅਗਰ ਬੰਦਾ ਸੈਕਸ ਪੱਖੋਂ ਗ੍ਰਸਤੀ ਵਾਲੇ ਪਾਸੇ ਤੋਂ ਕਮਜ਼ੋਰ ਹੈ, ਤੁਹਾਡਾ ਕਹਿਣ ਦਾ ਭਾਵ ਇਹ ਹੈ, ਤਾਂ ਉਹਨੂੰ ਬਿਮਾਰੀਆਂ ਲੱਗਣੀਆਂ ਤੈਅ ਨੇ। ਫਿਰ ਫਰੂਕੀ ਸਾਹਿਬ 90% ਤੋਂ ਵੀ ਜ਼ਿਆਦਾ ਲੋਕ ਆ ਜਿਹੜੇ, ਉਹ ਲੋਕ ਆਪਣੇ ਵੀਰਜ ਦੀ ਤਾਕਤ ਨੂੰ ਕਹਿ ਲਓ, ਵੀਰਜ ਹੁੰਦਾ ਕੀ ਹੈ ਉਹਨੂੰ ਕਹਿ ਲਓ, ਅਤੇ ਵੀਰਜ ਕਿਹੜੀ ਸ਼ਕਤੀ ਸਾਡੇ 'ਚ ਪ੍ਰੋਵਾਈਡ ਕਰਦਾ, ਇਹ ਚੀਜ਼ ਨੂੰ ਨਹੀਂ ਸਮਝ ਪਾਏ। ਬਹੁਤ ਸਾਰੇ ਬੰਦੇ ਗੱਲ ਕਰਦੇ ਵੈਸਾ ਬਹੁਤ ਹੀ ਤੁਸੀਂ ਓਪਨ ਗੱਲ ਕਰਦੇ ਹੋ, ਅਤੇ ਫਿਰ ਜੇ ਹਜੇ ਨਹੀਂ ਕੀਤੀ ਤਾਂ ਕਰਨੀ ਕਦੋਂ ਆ? ਅੱਜ 15 ਸਾਲ ਦਾ 20 ਸਾਲ ਦਾ ਬੱਚਾ ਜਿਹੜਾ ਹੱਥ ਰੱਸੀ ਕਰ ਰਿਹਾ, ਉਹਨੂੰ ਪਤਾ ਹੀ ਨਹੀਂ ਗਾ ਵੀ ਇਹ ਵੀਰਜ ਉਹਦੀ ਆਯੂ ਆ। ਆਯੂ ਹੈ ਮਤਲਬ ਉਮਰ ਆ। ਵੀਰਜ ਜਿੰਨਾ ਤੁਹਾਡੇ ਅੰਦਰ ਰੁਕੂਗਾ, ਤੁਹਾਡੀ ਜ਼ਿੰਦਗੀ ਦੇ ਸੁੱਖਾਂ, ਤੁਹਾਨੂੰ ਬਿਮਾਰੀਆਂ ਤੋਂ ਬਚਾਉਂਦਾ ਵੀਰਜ, ਤੁਹਾਡੇ ਸਰੀਰ ਨੂੰ ਤਾਕਤ ਦਿੰਦਾ। ਕੰਨਾਂ ਤੋਂ ਸੁਣਨ, ਜਿਹੜੇ ਲੋਕ ਅੱਜ ਘੱਟ ਸੁਣ ਰਹੇ ਆ, ਅੱਖਾਂ ਤੋਂ ਐਨਕਾਂ ਨਹੀਂ ਲੱਗ ਸਕਦੀਆਂ, ਦਿਮਾਗ ਬਹੁਤਾ ਤੇਜ਼ ਰਹਿੰਦਾ ਹੈਗਾ, ਸ਼ਕਤੀ ਤੁਹਾਡੇ ਅੰਦਰ ਪ੍ਰੋਵਾਈਡ ਕਰਦਾ। ਜਿੰਨਾ ਵੀਰਜ ਤੁਹਾਡੇ ਅੰਦਰ ਰਹਿੰਦਾ, ਉਹ 80-90% ਐਕਟਿਵ ਮੋਰਟੈਲਿਟੀ ਬਣਾਉਂਦਾ ਹੈਗਾ, ਜਿਹੜਾ ਕਿ ਸ਼ਕਤੀਦਾਇਕ ਬੱਚਾ ਪੈਦਾ ਹੁੰਦਾ। ਫਿਰ ਉਹ ਵੀਰਜ ਦੀ ਤਾਕਤ ਹੈ ਕਿ ਤੁਸੀਂ ਆਪਣੇ ਬਲ ਰਹਿੰਦੇ ਹੋ, ਚਿਹਰੇ 'ਤੇ ਝੁਰੜੀਆਂ ਨਹੀਂ ਪੈਂਦੀਆਂ, ਦਿਮਾਗ ਤੁਹਾਡਾ ਬਹੁਤ ਕੰਮ ਕਰਦਾ। ਯਾਦ ਸ਼ਕਤੀ, ਅੱਜ ਹਾਲ ਇਹ ਹੈ ਵੀ 90% ਬੰਦੇ ਇਹੋ ਜਿਹੇ ਜਿਨ੍ਹਾਂ ਨੂੰ ਟੈਲੀਫੋਨ ਨੰਬਰ ਮੇਰੇ ਖਿਆਲ ਰਿਸ਼ਤੇਦਾਰਾਂ ਦੇ ਯਾਦ ਨੇ। ਹੁਣ ਜੇ ਫੋਨ ਨਾ ਹੋਵੇ ਤੇ ਪਹਿਲੇ ਦਿਨ ਹੀ ਫੋਨ ਗੁੰਮਿਆ ਹੋਵੇ ਤਾਂ ਨੰਬਰ ਲੱਭਦਾ ਫਿਰਦਾ, ਯਾਰ ਮੈਨੂੰ ਪਤਾ ਕਰਕੇ ਦੱਸੀ ਫਲਾਣੇ ਰਿਸ਼ਤੇਦਾਰਾਂ ਦਾ ਕੀ ਹੈ। ਬਜ਼ੁਰਗ ਤਾਂ ਸਾਡੇ 47 ਦੀਆਂ ਗੱਲਾਂ ਐਵੇਂ ਸੁਣਾਉਂਦੇ ਨੇ ਜਿਵੇਂ ਕੱਲ੍ਹ ਦੀ ਘਟਨਾ ਹੋਵੇ। ਬਜ਼ੁਰਗ ਜਿਹੜੇ ਸੀ ਉਹਨਾਂ ਦੇ ਦਿਮਾਗ ਨੇ ਕਾਮ ਚਿੰਤਨ ਨਹੀਂ ਕੀਤਾ, ਬਜ਼ੁਰਗਾਂ ਨੇ ਗ੍ਰਸਤ ਕੀਤਾ ਆਪਣੀ ਵਾਈਫ ਨਾਲ। ਨਿਆਣੇ ਬੇਸ਼ੱਕ 12-12 ਉਹਨਾਂ ਨੇ ਬਣਾਤੇ, ਪਰ ਆਪਣੀ ਵਾਈਫ ਤੋਂ ਬਿਨਾਂ ਕਿਸੇ ਵੱਲ ਝਾਕੇ ਨਹੀਂ ਗਏ। ਅੱਜ ਦਾ ਹਾਲ ਇਹ ਆ ਵੀ ਬੰਦਾ ਬੈਠਾ ਆਪਣੀ ਵਾਈਫ ਦੇ ਨਾਲ ਆ, ਅਤੇ ਬੈਠਾ ਜਿਹੜੇ ਪ੍ਰੋਗਰਾਮ 'ਚ ਉਹ ਝਾਤੀ ਕਿੱਧਰ ਮਾਰ ਰਿਹਾ, ਅਤੇ ਦਿਮਾਗ ਦਾ ਕਾਮ ਚਿੰਤਨ ਕਿੰਨਾ ਗਾ। ਅੱਜ ਕੁਆਰਾ ਬੱਚਾ ਪੌਰਨ ਮੂਵੀਆਂ ਦੇਖ ਕੇ ਕਾਹਤੋਂ ਕਾਮ ਚਿੰਤਨ ਹੋ ਗਿਆ। ਜਿਹੜਾ ਵੀਰ ਜੋ ਉਹਦੀ ਇੰਦਰੀ ਦੇ ਵਿੱਚੋਂ ਨਿਕਲ ਰਿਹਾ, ਜੇ ਅਸੀਂ ਉਹਨੂੰ ਨਹੀਂ ਸਮਝਾਵਾਂਗੇ ਤਾਂ ਸਮਝਾਉਣਾ ਕਿਹਨੇ ਹੈ? ਜਿਹੜੀ ਉਹ ਹੱਥ ਰੱਸੀ ਕਰ ਰਿਹਾ, ਨਾਈਟਫਾਲ ਜਿਹਨੂੰ ਹੋ ਰਿਹਾ ਗਾ, ਜਿਹਦਾ ਵੀਰ 'ਚ ਜਿਹੜੀ ਆਯੂ ਸੀ, ਬਲ ਸੀਗਾ, ਜਿਹੜੀ ਤਾਕਤ ਸੀਗੀ, ਉਹ ਤਾਕਤ ਜਦੋਂ ਨਾਲੀਆਂ ਦੇ ਵਿੱਚ ਰੋੜਦੇ ਆ ਤਾਂ ਬੜੀ ਦੁੱਖ ਦੀ ਗੱਲ ਆ। ਔਰ ਮੈਂ ਤਾਂ ਆਪਣੇ ਪੇਸ਼ੈਂਟਸ ਨੂੰ ਵੀ ਇਹ ਗੱਲ ਕਹਿਣਾ ਕਿ ਜੇ ਤੁਸੀਂ ਇਹਨੂੰ ਨਾ ਸੰਭਾਲਿਆ, ਬਹੁਤ ਸਾਰੇ ਬੰਦਿਆਂ ਨੇ ਮੇਰੇ ਐਂਟੀ ਗੱਲਾਂ ਕਰਦੇ, ਕਰਨੀਆਂ ਚਾਹੀਦੀਆਂ। ਉਹਨਾਂ ਦਾ ਆਪਣਾ ਖਿਆਲ ਆ, ਉਹਨਾਂ ਦੀ ਆਪਣੀ ਸੋਚ ਹੈ, ਪਰ ਮੇਰੀ ਆਪਣੀ ਸੋਚ ਇਹ ਕਹਿੰਦੀ ਹੈ ਕਿ ਜੇ ਅੱਜ ਕਿਸੇ ਦਾ ਬੱਚਾ ਕਮਜ਼ੋਰ ਹੈ, ਸੈਕਸ ਦੀ ਦਵਾਈ ਦੀ ਉਹਨੂੰ ਲੋੜ ਪੈ ਰਹੀ ਹੈ, ਅਤੇ ਸਾਨੂੰ ਉਹਨੂੰ ਗਿਆਨ ਦੇਣਾ ਚਾਹੀਦਾ, ਖਾਸ ਕਰਕੇ ਮਾਂ-ਬਾਪ ਨੂੰ ਗਿਆਨ ਦੇਣਾ ਚਾਹੀਦਾ ਕਿ ਪੁੱਤਰ ਅਗਰ ਇਹ ਵੀਰ ਜੀ ਨੂੰ ਤੂੰ ਨਹੀਂ ਸੰਭਾਲੇਗਾ। ਅੱਜ ਸਾਡੇ ਹਾਲਾਤ ਤੁਸੀਂ ਦੇਖੋ ਕਿ ਜਵਾਕਾਂ ਦੇ ਕੱਦ ਕਿੱਡੇ ਆ। ਅੱਜ 15-18 ਸਾਲ ਦੀ ਲੜਕੀ ਪ੍ਰੀ ਮੈਚਿਓਰ ਹੋ ਗਈ, 25 ਸਾਲ ਦੀ ਆਯੂ ਜਿੰਨੀ ਅੱਜ 15 ਸਾਲ ਦੀ ਲੜਕੀ ਲੱਗਣ ਲੱਗ ਗਈ, ਕਿਉਂਕਿ ਉਹ ਪ੍ਰੀ ਮੈਚਿਓਰ ਜਲਦੀ ਅਡਲਟ ਹੋਣਾ ਸ਼ੁਰੂ ਹੋ ਗਿਆ। ਉਹਦੀ ਬਾਡੀ ਦਾ ਫਿਗਰ ਕਿਉਂ ਚੇਂਜ ਹੋ ਗਿਆ? ਅੱਜ 8 ਸਾਲ ਦੀ 9 ਸਾਲ ਦੀ ਲੜਕੀ ਨੂੰ ਮਾਹਵਾਰੀ ਆਉਣੀ ਸ਼ੁਰੂ ਹੋ ਗਈ। ਉਹੀ ਕਾਹਲੀ ਜਿਹੜੀ ਲੜਕੀਆਂ 'ਚ ਹੋ ਰਹੀ ਆ, ਉਹੀ ਲੜਕਿਆਂ 'ਚ ਹੋ ਰਹੀ ਹੈ। ਅੱਜ ਹਾਲ ਕੀ ਹੈ ਸਾਡਾ? ਟੈਸਟ ਟਿਊਬ ਬੇਬੀ ਸੈਂਟਰਾਂ ਦੇ ਵਿੱਚ ਜਾਣ ਦੀ ਕਿਉਂ ਲੋੜ ਪੈ ਗਈ? ਅਸੀਂ ਵੀਰ 'ਚ ਬੱਟਾਂ 'ਤੇ ਡੋਲਿਆ। ਅੱਜ ਸਾਨੂੰ ਸੁਪਨ ਦੋਸ਼ ਦੀਆਂ ਦਵਾਈਆਂ ਲੋਕ ਕਿਉਂ ਲੈਣ ਲੱਗ ਗਏ? ਕਿਉਂਕਿ ਅਸੀਂ ਉਸ ਪਾਵਰ ਨੂੰ ਸੰਭਾਲ ਨਹੀਂ ਸਕੇ। ਰਾਤ ਨੂੰ ਕਿਹੜੀ ਚੀਜ਼ ਖਾਣੀ ਹੈ, ਕਿਹੜੀ ਨਹੀਂ ਖਾਣੀ। ਦੁੱਧ ਅਸੀਂ ਡਾਇਆ ਅਤੇ ਯੂਰੀਆ ਵਾਲਾ ਦੁੱਧ ਪੀ ਰਹੇ ਹਾਂ, ਅਤੇ ਸੁਪਨ ਦੋਸ਼ ਆਪਣੇ ਆਪ ਹੋਣਾ। ਪਾਣੀ ਦੀ ਮਾਤਰਾ, ਜਿਹਨੂੰ ਪਵਨ ਗੁਰੂ ਪਾਣੀ ਪਿਤਾ ਪਰਮਾਤਮਾ ਨੇ ਕਿਹਾ, ਅਸੀਂ ਉਹ ਪਾਣੀ ਦੀ ਕਦਰ ਘਟਾ ਕੇ ਪਾਣੀ ਪੀਣ ਨੂੰ, ਮੈਂ ਬਹੁਤ ਬੱਚਿਆਂ ਨੂੰ ਮਿਲਿਆ ਸਕੂਲਾਂ ਦੇ ਵਿੱਚ, ਪਤਾ ਨਹੀਂ ਕਿੰਨੇ ਪ੍ਰੋਗਰਾਮ, ਸੱਥਾਂ 'ਚ ਵੀ ਅਸੀਂ ਪ੍ਰੋਗਰਾਮ ਕਰਕੇ ਦੇਖੇ ਆ ਵੀ ਪਾਣੀ ਪੀਂਦੇ ਹੋ। ਨਿਆਣੇ ਕੁਰਕੁਰੇ, ਲੇਜ਼ ਅਤੇ ਹੋਰ ਖਾਈ ਜਾਂਦੇ ਆ, ਅਤੇ ਸਾਰਾ ਦਿਨ ਇੱਕ ਗਿਲਾਸ ਪਾਣੀ ਪੀ ਰਹੇ ਆ। ਸੋ ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਜਿਹੜੀ ਚੈੱਕ ਅਸਲ ਚੀਜ਼ ਕਰਵਾਉਣੀ ਚਾਹੀਦੀ ਸੀ, ਸਾਰੀ ਉਮਰ ਸਕੈਨਾਂ ਦੇ ਚੱਕਰਾਂ ਦੇ ਵਿੱਚ ਜਿਹੜਾ ਮਰੀਜ਼ ਪਿਆ ਰਹਿੰਦਾ ਹੈ, ਜਿਹੜੀ ਅਸਲ ਚੀਜ਼ ਚੈੱਕ ਕਰਾਉਣੀ ਚਾਹੀਦੀ ਸੀ,
ਮਰਦਾਨਗੀ ਦੀ ਪਾਵਰ ਚੈੱਕ ਕਰਾਉਣੀ ਚਾਹੀਦੀ ਸੀ। ਬਿਮਾਰੀ ਕਿਤੇ ਨਾ ਕਿਤੇ ਉੱਥੇ ਲੁਕੀ ਹੁੰਦੀ ਹੈ ਜੀ। ਅੱਜ ਮਸਲਾ ਸਿਰਫ ਫਰੂਕੀ ਸਾਹਿਬ ਇਹ ਹੈ ਕਿ ਸਾਡੇ ਬੱਚੇ, ਮੇਰੀ ਆਪਣੀ ਸੋਚ ਹੈ ਦਿਲੋਂ, ਮੈਂ ਆਪਣੇ ਰਿਜ਼ਕ ਤੇ ਬੈਠਾਂਗਾ, ਮੇਰੀ ਆਪਣੀ ਸੋਚ ਹੈ ਕਿ ਬੱਚਾ 30 35 40 ਸਾਲ ਤੱਕ ਉਹਨੂੰ ਕਦੇ ਸੈਕਸ ਦੀ ਦਵਾਈ ਦੀ ਲੋੜ ਨਾ ਪਵੇ, ਆਨੰਦਮਈ ਗ੍ਰਸਤ ਜ਼ਿੰਦਗੀ ਜਿਉਵੇ। ਸੈਕਸ ਜਦੋਂ ਤੁਸੀਂ ਵਧੀਆ ਕਰਦੇ ਹੋ, ਆਪਣੇ ਪਰਿਵਾਰ ਨਾਲ ਸੈਕਸ ਕਰਦੇ ਹੋ, ਤੁਹਾਡਾ ਕੰਮ ਤੇ ਮਨ ਲੱਗਦਾ ਹੈ। ਤੁਸੀਂ ਸੈਕਸ ਜ਼ਿਆਦਾ ਵਧੀਆ ਨਹੀਂ ਕਰ ਪਾ ਰਹੇ, ਤੁਸੀਂ ਮਾਨਸਿਕ ਰੋਗੀ ਹੋ ਰਹੇ ਹੋ। ਤੁਸੀਂ ਸੈਕਸ ਅੱਛਾ ਨਹੀਂ ਕਰ ਪਾ ਰਹੇ, ਤੁਸੀਂ ਸ਼ੱਕੀ ਮਜ਼ਾਜ ਹੋ ਰਹੇ ਹੋ। ਤੁਸੀਂ ਸੈਕਸ ਨਹੀਂ ਅੱਛਾ ਕਰ ਪਾ ਰਹੇ, ਤੁਹਾਡੇ ਸੁਭਾਅ ਦੇ ਵਿੱਚ ਚਿੜਚਿੜਾਪਨ ਆਉਂਦਾ। ਤੁਸੀਂ ਸੈਕਸ ਅੱਛਾ ਨਹੀਂ ਕਰ ਪਾ ਰਹੇ, ਆਪਣੀ ਹੀ ਵਾਈਫ ਤੇ ਤੁਸੀਂ ਸ਼ੰਕਾਵਾਦੀ ਹੋਈ ਜਾਂਦੇ ਹੋ। ਤੁਸੀਂ ਸੈਕਸ ਅੱਛਾ ਨਹੀਂ ਕਰ ਪਾ ਰਹੇ, ਬੱਚਾ 1 ਸਾਲ ਨਾ ਹੋਵੇ ਤਾਂ ਗੁਆਂਢੀ ਪੁੱਛੀ ਜਾਂਦੇ ਕੀ ਗੱਲ ਹੋ ਗਈ, ਸੌਖਾ ਮੁੰਡਾ ਠੀਕ ਆ। ਉਹ ਚੀਜ਼ਾਂ ਵੀ ਕਿਤੇ ਨਾ ਕਿਤੇ ਇਫੈਕਟ ਕਰਦੀਆਂ ਨੇ। ਲੋਕ, ਇੱਕ ਗੱਲ ਮੈਂ ਇੱਥੇ ਬਜ਼ੁਰਗਾਂ ਨੂੰ ਬੜਾ ਉਹਨਾਂ ਦੇ ਇਸ ਗੱਲ ਤੋਂ ਮਾਣ ਮਹਿਸੂਸ ਕਰਦਾ। ਬਹੁਤ ਸਾਰੇ ਪੁਰਾਣੇ ਬਜ਼ੁਰਗਾਂ ਨਾਲ ਮੇਰੀ ਗੱਲ ਹੋਈ। ਮੈਂ ਕਿਹਾ ਬਾਪੂ ਜੀ ਤੁਹਾਡੀ ਗ੍ਰਸਤੀ ਜ਼ਿੰਦਗੀ 'ਚ ਕਲੇਸ਼ ਕਿਉਂ ਨਹੀਂ ਪਿਆ, ਲੜਾਈ ਕਿਉਂ ਨਹੀਂ ਹੋਈ? ਉਹ ਕਹਿੰਦਾ ਜਿਹੜੇ ਅੱਜ ਦੇ ਜੰਮੇ ਨਿਆਣੇ ਨੇ ਵੱਡੇ ਪਲੈਨਰ ਬਣ ਗਏ। ਸੰਗਰੂਰ ਸਾਡਾ ਇੱਕ ਪ੍ਰੋਗਰਾਮ ਤੇ ਉੱਥੇ ਬਜ਼ੁਰਗਾਂ ਨੇ ਗੱਲ ਸੁਣਾਈ। ਉਹ ਕਹਿੰਦੇ ਬਾਹਲੀ ਪਲੈਨਿੰਗ ਕਰਦੇ ਆ ਇਹ। ਮੈਂ ਜੀ 6 ਮਹੀਨੇ ਬੱਚਾ ਨਹੀਂ ਪੈਦਾ ਕਰਨਾ, ਮੈਂ 2 ਸਾਲ ਪੈਦਾ ਨਹੀਂ ਕਰਨਾ, ਮੈਂ 3 ਸਾਲ ਨਹੀਂ। ਉਹ ਕਹਿੰਦਾ ਅੱਜ ਵਾਲਿਆਂ ਦੇ ਕੋਲੇ ਉਹਨਾਂ ਸੱਤੂ ਹੈ ਨਹੀਂ ਤੇ ਸਾਲ ਨਿਆਣਾ ਪੈਦਾ ਨਹੀਂ ਕਰਦੇ, ਉਹਦੇ ਮਾੜੇ ਜਿਹੇ ਕਾਰਤੂਸ ਹੁੰਦੇ ਉਹ ਚੱਲ ਜਾਂਦੇ ਆ ਤੇ ਮੁੜ ਕੇ ਉਹ ਦੇਖੀ ਜਾਂਦਾ, ਘਰ ਵਾਲੀ ਕਹਿੰਦੀ ਇਹ ਤੋਂ ਹੁੰਦਾ ਕੁਛ ਨਹੀਂ, ਤੇ ਫਿਰ ਉਹ ਲੱਗਦੇ ਮਿਹਣੇ ਤਾਨੇ ਤੇ ਕਿਤੇ ਦੀ ਕਿਤੇ ਪਰਿਵਾਰ ਬਸਾਉਣ ਲਈ ਬਜ਼ੁਰਗਾਂ ਨੇ ਗੱਲ ਮੈਨੂੰ ਸੁਣਾਈ। ਔਰ ਮੈਂ ਉਹਨਾਂ ਤੋਂ ਵਾਰੇ ਜਾਵਾਂ, ਮੈਂ ਆਪਣੀ ਕਿਤਾਬ 'ਚ ਵੀ ਉਹਨਾਂ ਦਾ ਨਾਮ ਲਿਖਿਆ। ਉਹ ਕਹਿੰਦੇ ਨਿਆਣਾ ਵਿਆਹ ਕਰਾ ਕੇ ਆਇਆ ਤੇ ਪਹਿਲੇ ਦੂਜੇ ਮਹੀਨੇ ਗਰਭਵਤੀ ਕਰਤੀ ਜਨਾਨੀ, ਤੇ ਜਦੋਂ ਸਾਲ ਬਾਅਦ ਨਿਆਣਾ ਹੋ ਗਿਆ, ਨਾਲੇ ਲੋਹੜੀ ਬਣਾਈ, ਨਾਲੇ ਵਿਆਹ ਦੀ ਅਸੀਂ ਉਹ ਸਾਲਗਿਰਾ ਮਨਾਈ, ਤੇ ਨਾਲੇ ਘਰ ਵਾਲੀ ਕੰਮ ਲੱਗ ਗਈ, ਤੇ ਪਰਿਵਾਰ 'ਚ ਕਲੇਸ਼ ਵਾਲਾ ਕੰਮ ਹੀ ਖਤਮ ਹੋ ਗਿਆ। ਅੱਜ ਫੈਮਿਲੀ ਪਲੈਨਿੰਗ ਨੇ ਸਾਡਾ ਬੇੜਾ ਗਰਕ ਕਰਕੇ ਧਰਤਾ ਜੀ। ਤੇ ਫਿਰ ਬਹੁਤ ਵਧੀਆ ਤੁਸੀਂ ਗੱਲ ਕਹੀ ਹੈ। ਮੈਂ ਇਸ ਤਰ੍ਹਾਂ ਦੇ ਵੀ ਜਿਹੜੇ ਜੋੜੇ ਦੇਖੇ ਨੇ ਵੈਦ ਜੀ, ਜੋ ਪਹਿਲਾਂ ਪਲਾਨਿੰਗ ਦੇ ਚੱਕਰ 'ਚ ਪੈ ਗਏ ਕਿ ਅਸੀਂ ਸਾਲ 2 ਸਾਲ, ਇੰਜੋਏ ਅਲਫਾਜ਼ ਨੇ ਵੀ ਸਾਡਾ ਕਿਤੇ ਨਾ ਕਿਤੇ ਬੇੜਾ ਗਰਕ ਕਰਤਾ ਸਾਡੇ ਸਮਾਜ ਦਾ। ਇੰਜੋਏ ਦੇ ਚੱਕਰ 'ਚ ਕਿ ਅਸੀਂ ਸਾਲ 2 ਸਾਲ ਇੰਜੋਏ ਕਰਨਾ ਹੈ, ਉਸ ਤੋਂ ਬਾਅਦ ਦੇਖਾਂਗੇ, ਤੇ ਫਿਰ ਉਹ ਸਾਰੀ ਉਮਰ ਹੀ ਦੇਖਦੇ ਰਹਿੰਦੇ ਨੇ। ਉਹ ਵੀ ਕਿਤੇ ਨਾ ਕਿਤੇ ਇਹੀ ਗੱਲ ਹੈ। ਫਿਰ ਦੇਖੋ ਫਰੂਕੀ ਸਾਹਿਬ, ਜਿਹੜੇ ਇੰਜੋਏ ਦੀ, ਅਗਰ ਸੈਕਸ ਦਾ ਇੰਜੋਏ ਹੈ ਨਾ, ਸੈਕਸ ਇੱਕ ਕਦਰ ਆ, ਸੈਕਸ ਤੁਹਾਡਾ ਮਾਣ ਆ। ਜਿਹੜੇ ਪਰਿਵਾਰ 'ਚ ਸੈਕਸ ਅੱਛਾ ਹੈਗਾ ਉਹ ਤੁਹਾਡਾ ਵਿਸ਼ਵਾਸ ਹੈ। ਮੈਂ ਸਮਝਦਾ ਇੰਦਰੀ ਦੇ ਸੈਕਸ ਨਾਲੋਂ ਤੁਹਾਡਾ ਵਿਸ਼ਵਾਸ ਵੱਡਾ ਹੋਣਾ ਚਾਹੀਦਾ ਪਰਿਵਾਰ ਦੇ ਉੱਤੇ। ਅਗਰ ਤੁਹਾਡਾ ਵਿਸ਼ਵਾਸ ਕਮਜ਼ੋਰ ਹੈ ਤਾਂ ਤੁਸੀਂ ਜਿੰਨੀਆਂ ਮਰਜ਼ੀ ਲੇਲੜੀਆਂ ਕੱਢਦੇ ਰਹੋ, ਉਹ ਤੁਹਾਡਾ ਸੈਕਸ ਕਦੇ ਕਾਮਯਾਬ ਨਹੀਂ। ਪਰਿਵਾਰ 'ਤੇ ਸਭ ਤੋਂ ਪਹਿਲਾਂ ਤੁਹਾਡਾ ਵਿਸ਼ਵਾਸ ਹੋਣਾ ਚਾਹੀਦਾ। ਜਿਹੜੇ ਲੋਕਾਂ ਦੇ ਵਿਸ਼ਵਾਸ ਨੇ, ਮੈਂ ਕਹਿੰਦਾ 10 ਸਾਲ ਨਿਆਣਾ ਨਾ ਪੈਦਾ ਕਰੋ, ਪਰ ਕੀ ਅਸੀਂ ਇਸ ਯੋਗਤਾ ਨੂੰ ਇਕੱਠਾ ਕਰ ਪਾਏ ਆ ਕਿ 10 ਸਾਲ ਮੇਰੀ ਵਾਈਫ ਮੇਰੇ ਨਾਲ ਰਹੂ? ਉਹ ਤਾਂ ਸਾਲ ਬਾਅਦ ਦਵਾਈ ਲੈਣ ਟੈਸਟ ਟਿਊਬ ਬੇਬੀ ਵਾਲਿਆਂ ਦੇ ਤੁਰਿਆ ਫਿਰਦਾ ਬੰਦਾ, ਤਾਂ ਨਾਲ ਘਰ ਵਾਲੀ ਨੂੰ ਲੈ ਕੇ ਵੀ ਜੇ ਨਹੀਂ ਬੱਚਾ ਹੋ ਰਿਹਾ 4 ਵਾਰੀ ਦਵਾਈ ਕਿਤੋਂ ਲੈ ਲਈ, ਵੀਰ 'ਚ ਘੱਟ ਬਣ ਰਿਹਾ, ਜੇ ਨਹੀਂ ਕਿਤੋਂ ਆਉਂਦਾ ਆਪਾਂ ਯਾਰ ਨਿਆਣਾ ਪੈਦਾ ਕਰਨਾ, ਲੋਕ ਕੀ ਕਹਿਣਗੇ? ਇਹ ਜਿਹੜੇ ਲੋਕ ਕੀ ਕਹਿਣਗੇ, ਤੇ ਸਾਨੂੰ ਲੋਕਾਂ ਨੇ ਕਿਹਾ ਸੀ ਫੈਮਿਲੀ ਪਲੈਨਿੰਗ ਕਰੋ। ਫਿਰ ਵੈਦ ਜੀ, ਇਹਨਾਂ ਸਾਰੀਆਂ ਗੱਲਾਂ ਦਾ ਜਦੋਂ ਇਸ ਹੱਦ ਤੱਕ ਅਸੀਂ ਸਰੀਰਕ ਪੱਖੋਂ ਵੀ ਕਮਜ਼ੋਰ ਹੋ ਜਾਂਦੇ ਹਾਂ, ਅਸੀਂ ਮਾਨਸਿਕ ਪੱਖੋਂ ਵੀ ਕਮਜ਼ੋਰ ਹੋ ਜਾਂਦੇ ਹਾਂ, ਅਤੇ ਜਿਹੜੇ ਵੈਦ ਹਕੀਮ ਨੇ, ਡਾਕਟਰ ਨੇ, ਉਹ ਸਾਨੂੰ ਆਰਥਿਕ ਤੌਰ ਤੋਂ ਵੀ ਸਖਣਾ ਕਰ ਦਿੰਦੇ ਨੇ। ਤੇ ਫਿਰ ਅਜਿਹੇ ਦੇ ਵਿੱਚ ਤੁਹਾਡੇ ਕੋਲ ਕਿਹੜੀ ਗਿੱਦੜ ਸਿੰਘੀ ਹੈ ਜਿਹਦੇ ਕਰਕੇ ਲੋਕ ਤੁਹਾਡੇ ਕੋਲ ਭੱਜੇ ਆਉਂਦੇ ਨੇ? ਫਰੂਕੀ ਸਾਹਿਬ, ਮੈਂ ਤੁਹਾਡੀ ਗੱਲ ਗਿੱਦੜ ਸਿੰਘੀ ਵਾਲੀ ਵੀ ਠੀਕ ਹੈ, ਲੇਕਿਨ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪ ਕੁਛ ਦਵਾਈਆਂ, ਕੋਈ ਡਾਈਟ ਇਹੋ ਜਿਹੀਆਂ ਤੁਸੀਂ ਲਿਖੋ। ਨਹੀਂ ਰਹਿਣਾ ਮੈਂ, ਇਹ ਗੱਲ ਸਾਬਤ ਆ। ਪਰਮਾਤਮਾ ਦੇ ਹੱਥ ਰੈਗੂਲੇਟਰ ਉਹਨੇ ਜਦੋਂ ਮਰਜ਼ੀ ਮਰੋੜ ਦੇਣਾ, ਮਰ ਜਾਣਾ ਹੈ। ਪਰ ਮੇਰੀ ਆਪਣੀ ਦਿਲੋਂ ਕੋਸ਼ਿਸ਼ ਹੈ ਕਿ ਹਜ਼ਾਰਾਂ ਬੰਦੇ ਇਹ ਗ੍ਰੰਥਾਂ ਤੋਂ ਲਾਹਾ ਲੈ ਲੈਣ, ਲੋਕ ਸਿੱਖ ਜਾਣ, ਦਵਾਈਆਂ ਬਣਾਉਣੀਆਂ ਸਿੱਖ ਜਾਣ। ਕਿਹੜੀ ਡਾਈਟ ਅਸੀਂ ਗਰਮੀ 'ਚ ਖਾਣੀ ਆ, ਕਿਹੜੀ ਸਰਦੀ 'ਚ ਖਾਣੀ ਆ, ਕਿਹੜੀ ਚੀਜ਼ ਮੇਰੇ ਵੀਰ 'ਚ ਵਰਧਕ ਆ, ਕਿਹੜੀ ਚੀਜ਼ ਨਾਲ ਮੇਰੇ ਮਨ ਦੀ ਸੰਤੁਸ਼ਟੀ ਹੁੰਦੀ ਆ, ਕਿਹਦੇ ਨਾਲ ਮੇਰਾ ਦਿਮਾਗ ਤੇਜ਼ ਹੁੰਦਾ। ਬਹੁਤ ਸਾਰੀਆਂ ਦਵਾਈਆਂ ਜਿਵੇਂ ਸਿਰ ਵਾਸਤੇ ਅਸੀਂ ਬਣਾਉਂਦੇ ਹਾਂ, ਮਜੂਨ ਬਣਾਉਂਦੇ ਹਾਂ, ਔਰ ਸਾਡੇ ਤੋਂ ਇਲਾਵਾ ਬਹੁਤ ਕੰਪਨੀਆਂ ਦਵਾਈਆਂ ਬਣਾਉਂਦੀਆਂ। ਹਮਦਰਦ ਅੱਜ ਦੁਨੀਆ ਦੀ ਬਹੁਤ ਬੈਸਟ ਕੰਪਨੀ ਹੈ ਜਿਹਨੇ ਮਜੂਨ ਬਣਾਏ, ਯੂਨਾਨੀ ਦੇ ਵਿੱਚ ਦੁਨੀਆ ਭਰ ਦਾ ਨਾਮ ਇਕੱਠਾ ਕੀਤਾ। ਉਹ ਮਜੂਨ ਇਹੋ ਜਿਹੇ ਆ ਤੁਹਾਨੂੰ ਬੁੱਢਾ ਨਹੀਂ ਹੋਣ ਦਿੰਦੇ। ਮੈਂ ਲੋਕਾਂ ਨੂੰ ਇੱਕੋ ਬੇਨਤੀ ਕਰਦਾ ਕਿ ਪੈਸਾ ਅਗਰ ਤੁਸੀਂ ਇਕੱਠਾ ਕਰਨਾ ਹੈ ਤਾਂ ਇਹ ਪੈਸਾ ਇਕੱਠਾ ਕਰਨਾ ਕਿ ਸਭ ਤੋਂ ਪਹਿਲਾਂ ਤੁਸੀਂ ਤੰਦਰੁਸਤ ਰਹਿਣੇ ਆ। ਜੇ ਤੁਸੀਂ 50 ਸਾਲ ਦੀ ਉਮਰ 'ਚ ਇਕੱਠਾ ਕੀਤਾ 5 ਕਰੋੜ ਤੇ ਲਗਾਤਾਰ 2 ਲੱਖ ਰੁਪਏ ਮਹੀਨੇ ਦਾ ਲੱਗ ਰਿਹਾ, 5 ਕਰੋੜ ਕਿੱਧਰ ਚਲੇ ਗਿਆ ਤੁਹਾਨੂੰ ਪਤਾ ਨਹੀਂ ਲੱਗਣਾ। ਜ਼ਿਆਦਾ ਤੰਦਰੁਸਤੀ ਵਾਲੇ ਪਾਸੇ ਨੂੰ ਜ਼ੋਰ ਲਾਓ। ਕੱਪੜੇ ਮਾੜੇ ਪਾ ਲਓ, ਛੱਡ ਦਿਓ ਬ੍ਰਾਂਡਡ ਬਰੂੰਡਡ ਦਾ ਚੱਕਰ। ਜੁੱਤੀ ਮਾੜੀ ਪਾ ਲਓ, ਕੱਪੜੇ ਟਾਕੀ ਸਾਡੇ ਬਜ਼ੁਰਗਾਂ ਦੀ ਰੀਸ ਕਰਕੇ ਦਿਖਾਵੇ ਕੋਈ। ਮੈਂ ਆਪ ਲੋਕਾਂ ਦੇ ਕੁੜਤਿਆਂ 'ਤੇ ਟਾਕੀਆਂ ਲਾਉਂਦੇ ਦੇਖੇ ਆ ਜੀ, ਤੇ ਐ ਸੂਈ ਨਾ ਸਿਉਂਤੀ ਜੁੱਤੀ ਨੂੰ ਪਤਾਵੇ। ਅੱਜ ਕਿਸੇ ਨਾਲ ਗੱਲ ਕਰੋ ਵੀ ਜੁੱਤੀ 'ਚ ਪਤਾਵਾ ਥੱਲਾ ਲਵਾਉਣਾ, ਉਹ ਕਹਿੰਦਾ ਚੱਕ ਕੇ ਬਾਹਰ ਮਾਰ, ਤੂੰ ਗੱਲਾਂ ਕਿਹੜੀਆਂ ਕਰਦਾ। ਜੁੱਤੀਆਂ ਨੂੰ ਥੱਲੇ ਲਵਾ ਕੇ ਪਾਉਂਦੇ ਰਹੇ ਆ। ਪਰ 60 ਸਾਲ ਦਾ ਬਜ਼ੁਰਗ ਜਾਂ ਅੱਜ 25 ਸਾਲ ਦੇ ਨਿਆਣੇ ਦੀ ਬਾਂਹ ਫੜ ਲੈ ਨਾ ਤਾਂ ਛਡਾ ਨਹੀਂ ਸਕਦਾ।
ਉਹ ਹੈ ਖੁਰਾਕ। ਅੱਜ 70 ਸਾਲ ਦਾ ਬਜ਼ੁਰਗ ਕੱਦ ਕੋਈ 7.5 ਫੁੱਟ ਦਾ ਕਰਕੇ ਦਿਖਾਵੇ, ਕਿੱਡੇ ਕਿੱਡੇ ਕੱਦ ਉਹਨਾਂ ਦੇ, ਕਿੱਡੀ ਸਿਹਤ ਔਰ ਕਿੱਡੇ ਹੈਲਦੀ ਜਵਾਕ ਉਹਨਾਂ ਨੇ ਪੈਦਾ ਕੀਤੇ, ਕਿਉਂਕਿ ਖੁਰਾਕ ਵਾਲੇ ਪਾਸੇ ਧਿਆਨ ਸੀ, ਤੰਦਰੁਸਤੀ ਮੰਗਦੇ ਸੀ ਲੋਕ। ਤੇ ਅੱਜ ਦੇ ਹਾਲਾਤ ਜੀ, ਅੱਜ ਦੇ ਹਾਲਾਤ ਅਸੀਂ ਗੁਰਦੁਆਰੇ ਜਾ ਕੇ ਵੱਡੀ ਗੱਡੀ ਦੇ ਘਰ ਦੇ ਪੈਸੇ ਦੇ ਸਭ ਕੁਝ ਦੇ ਤੇ ਮੰਗਣਾ ਤਾਂ ਇਹ ਸੀ ਵੀ ਸਤਿਗੁਰੂ ਚਰਨਾਂ ਨਾਲ ਜੋੜ ਕੇ ਤੰਦਰੁਸਤੀ ਬਖਸ਼ਿਓ। ਤੰਦਰੁਸਤੀ ਤਾਂ ਖਤਮ ਕਰਤੀ, ਫਿਰ ਡੀ ਤੋਂ ਡਾਕਟਰ, ਡੀ ਤੋਂ ਦਸਵੰਧ। ਹੁਣ ਮਰਜ਼ੀ ਤੁਹਾਡੀ ਹੈ ਵੀ ਕਿਹੜੇ ਡੀ ਕੋਲੇ ਜਾਣਾਗਾ ਤੁਸੀਂ। ਜੇ ਤੁਸੀਂ ਚੰਗੀ ਖੁਰਾਕ ਖਾਂਦੇ ਹੋ, ਔਰ ਮੈਂ ਤਾਂ ਇਹ ਸਮਝਦਾ ਕਿ ਆਪਣੇ ਪੈਸੇ ਨਾਲ ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖੀਏ। ਖੁਰਾਕ ਤੋਂ ਬਿਨਾਂ ਤੁਹਾਡੀ ਜ਼ਿੰਦਗੀ ਕੁਛ ਨਹੀਂ ਗੀ। ਤੁਸੀਂ ਕਮਜ਼ੋਰ ਹੋ, ਅੱਜ ਦੀ ਯਾਰੀ ਦੋਸਤੀ ਖਤਮ ਹੋ ਗਈ, ਦੋਸਤ ਨਾਮ ਖਤਮ ਹੋ ਗਏ, ਆਪਦੇ ਛੁਰੇ ਮਾਰਦੇ। ਤੁਸੀਂ ਸੁਣੇ ਘਰਾਂ 'ਚ ਲਿਜਾ ਕੇ ਜਿਨ੍ਹਾਂ ਨੇ ਆਪਦੇ ਘਰ ਦੋਸਤਾਂ ਨੂੰ ਪਾਲੇ ਉਹਨਾਂ ਨੇ ਛੁਰੇ ਮਾਰੇ। ਉਹ ਸਾਡੇ 'ਚੋਂ ਖਤਮ ਹੋ ਗਿਆ ਕਲਚਰ। ਇਸ ਲਈ ਤੁਸੀਂ ਜਿੰਨੇ ਤਕੜੇ ਰਹੋਗੇ ਤਾਂ ਮੈਂ ਸਮਝਦਾ ਵੀ ਉਨੀ ਵਧੀਆ ਜ਼ਿੰਦਗੀ ਜਿਉ ਸਕਦੇ ਹੋ, ਗ੍ਰਸਤੀ ਵਧੀਆ ਜਿਉ ਸਕਦੇ ਹੋ। ਪੈਸੇ ਲੋਕਾਂ ਨੂੰ, ਵੈਦਾਂ, ਡਾਕਟਰਾਂ, ਹਕੀਮਾਂ ਨੂੰ ਦੇਣੇ ਬੰਦ ਕਰ ਦਿਓ ਬੇਸ਼ੱਕ, ਪਰ ਆਪਦੇ ਤੇ ਪੈਸੇ ਖਰਚੋ ਜਿਹਦੇ ਨਾਲ ਤੁਸੀਂ ਤੰਦਰੁਸਤ ਰਹੋ। ਫਿਰ ਜਾਂਦੇ ਜਾਂਦੇ ਇੱਕ ਆਖਰੀ ਸਵਾਲ, ਮੈਨੂੰ ਲੱਗਦਾ ਇੰਟਰਵਿਊ ਕਾਫੀ ਲੰਮੀ ਹੋ ਗਈ ਹੈ ਤੁਹਾਡੀ, ਤੇ ਵੈਦ ਜੀ ਫਿਰ ਕਿਹੜੇ ਇਸ ਤਰ੍ਹਾਂ ਦੀ ਸਾਡੀ ਖੁਰਾਕ ਨੇ ਘਰਾਂ ਦੇ ਵਿੱਚ, ਸਾਡੇ ਰਸੋਈਆਂ ਦੇ ਵਿੱਚ? ਰਸੋਈ ਨੂੰ ਅਸੀਂ ਅਕਸਰ ਰਸਾਇਣ ਕਹਿੰਦੇ ਹਾਂ, ਲੇਕਿਨ ਜਦੋਂ ਕਿਚਨ ਬਣ ਗਈ ਤੇ ਸਾਡੇ ਕੰਮ ਖਰਾਬ ਹੋਏ ਨੇ। ਤੇ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਲਿਆਉਣ ਤੇ ਗ੍ਰਸਤੀ ਵਾਲੇ ਪਾਸੇ ਤੋਂ, ਮਾਨਸਿਕ ਵਾਲੇ ਪਾਸੇ ਤੋਂ, ਆਰਥਿਕ ਵਾਲੇ ਪਾਸੇ ਤੋਂ ਉਹ ਹੌਲੇ ਨਹੀਂ ਹੁੰਦਾ, ਮਰਦ ਹੌਲਾ ਨਹੀਂ ਹੁੰਦਾ? ਜਿਹੜੇ ਲੋਕ ਸਾਡੇ ਪਦਾਰਥ ਛਕਦੇ ਸੀ, ਭੋਜਨ ਕਰਦੇ ਸੀਗੇ, ਉਹਨਾਂ ਦੇ ਦਿਮਾਗ ਇਕੱਲੇ ਭੋਜਨ ਵਾਲੇ ਪਾਸੇ ਨੂੰ ਸੀਗੇ। ਔਰ ਸਤਿਗੁਰੂ ਨੇ ਲਿਖਿਆ ਭਜਨ, ਭੋਜਨ ਤੇ ਨਾਰੀ ਤਿੰਨੇ ਪਰਦੇ ਦੇ ਅਧਿਕਾਰੀ। ਤੁਸੀਂ ਜਿਹੜੇ ਬੰਦੇ ਇਸ ਭੋਜਨ ਨੂੰ ਮੰਨਦੇ, ਹਿੰਦੂ ਧਰਮ ਦਾ ਇਹ ਆਮ ਤੌਰ 'ਤੇ ਜਦੋਂ ਤੁਸੀਂ ਸਨਾਤਨ ਧਰਮ ਦੇ ਗ੍ਰੰਥ ਪੜ੍ਹਦੇ ਹੋ, ਭਜਨ ਕਰਨਾ ਹੈ ਤੇ ਪਰਦੇ 'ਚ। ਅੱਜ ਮੇਰੇ ਵਰਗਾ ਜੇ ਭਜਨ ਕਰ ਰਿਹਾ, ਜਦ ਤੱਕ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਕੇ 14 ਜਣਿਆਂ ਨੂੰ ਸ਼ਾਮ ਤੱਕ ਦੱਸਣਾ ਤਾਂ ਮੇਰੀ ਰੋਟੀ ਨਹੀਂ ਹਜਮ ਆਉਂਦੀ। ਠੀਕ ਹੈ। ਭਜਨ, ਭੋਜਨ, ਭੋਜਨ ਜਿੱਥੇ ਬੰਦਾ ਕਰਦਾ ਸੀ ਚੌਂਕੜੀ ਮਾਰ ਕੇ, ਉਹ ਤੁਹਾਡੀ ਜਠਾ ਅਗਨੀ ਜਦੋਂ ਚਿੱਤੜ ਤੁਹਾਡੇ ਥੱਲੇ ਫਰਸ਼ 'ਤੇ ਲੱਗਦੇ ਆ ਤਾਂ ਜਠਾ ਅਗਨੀ ਦਾ ਕਰੋਣ ਬਣਦਾ ਗਾ। 7 ਚੱਕਰ ਜਿਹੜੇ ਚੱਲਦੇ, ਹੁਣ ਤਾਂ ਉਹ ਆਯੁਰਵੇਦ ਹੋਰ ਪਾਸੇ ਨੂੰ ਤੁਰ ਪਿਆ, ਉਹ ਕਰੋਣ ਬਣਦਾ ਤੇ ਤੁਹਾਡੀ ਜਠਾ ਅਗਨੀ ਨੂੰ ਬੁਝਣ ਨਹੀਂ ਦਿੰਦਾ। ਡਕਾਰ ਤੁਸੀਂ ਚੌਂਕੜੀ ਮਾਰ ਕੇ 2 ਦਿਨ ਰੋਟੀ ਖਾਓ, ਤੁਹਾਨੂੰ ਰੋਟੀ ਖਾਂਦੇ ਢਕਾਰ ਆਊਗਾ। ਪਰ ਅੱਜ ਸਾਡਾ ਸਿਸਟਮ ਉਲਟ ਹੋ ਗਿਆ। ਭੋਜਨ ਤੇ ਨਾਰੀ, ਹਰ ਬੰਦਾ ਨਾਰੀ ਨੂੰ ਪਰਦੇ 'ਚ ਰੱਖਦਾ ਸੀਗਾ, ਪਰ ਅੱਜ ਜਿਹੜੇ ਸਾਡੇ ਹਾਲਾਤ ਆ ਉਹ ਕਹਿਣ ਸੁਣਨ ਤੋਂ ਪਰੇ ਦੀ ਗੱਲ ਆ। ਇਸ ਕਰਕੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਬਹੁਤੀਆਂ ਦਵਾਈਆਂ ਦੇ ਚੱਕਰ 'ਚ ਨਾ ਪੈਣ। ਦਵਾਈ ਖਾਣੀ ਹੈ, ਡਾਈਟ ਤੁਹਾਨੂੰ ਸਮਝ ਹੋਵੇ, ਕਿਹੜੀ ਤਸੀਰ ਦੀ ਦਵਾਈ ਖਾਣੀ ਹੈ, ਕਦੋਂ ਦਵਾਈ ਖਾਣੀ ਹੈ, ਕਿਹੜੇ ਮੌਸਮ 'ਚ ਦਵਾਈ ਖਾਣੀ ਹੈ, ਔਰ ਦਵਾਈ ਖਾ ਕੇ। ਹਾਂ, ਇੱਕ ਗੱਲ ਲਾਸਟ ਮੈਂ ਤੁਹਾਨੂੰ ਇਸ ਜ਼ਰੀਏ ਨਾਲ ਚੈਨਲ ਨਾਲ ਦੱਸਣੀ ਚਾਹੁੰਦਾ, ਜਿਹੜੇ ਬੰਦੇ ਇਹ ਗੱਲ ਕਰਦੇ ਵੀ ਆਯੁਰਵੈਦਿਕ ਦੀ ਦਵਾਈ ਹੈ, ਇਹ ਫਾਇਦਾ ਨਹੀਂ ਕਰੂ ਤੇ ਨੁਕਸਾਨ ਨਹੀਂ ਕਰੂ, ਇਦੋਂ ਵੱਡਾ ਝੂਠ ਦੁਨੀਆ 'ਤੇ ਕੋਈ ਨਹੀਂ ਗਾ। ਦੇਸੀ ਦਵਾਈ ਆ ਚਾਹੇ ਅੰਗਰੇਜ਼ੀ ਦਵਾਈ, ਹੁਣ ਤੁਸੀਂ ਕਿਸੇ ਨੂੰ ਸੈਂਖੀਆ, ਪਾਰਾ ਤੇ ਗੰਧਕ, ਉਹ ਹੈ ਤਾਂ ਦੇਸੀ ਤੇ ਮਾਰਨਾ ਹੀ ਆ। ਉਹ ਸਭ ਦੁਨੀਆ ਦੀਆਂ ਦਵਾਈਆਂ ਦੇ ਸਾਈਡ ਇਫੈਕਟ ਆ। ਸਾਈਡ ਇਫੈਕਟ ਤਾਂ ਰੋਟੀ ਕਰੀ ਜਾਂਦੇ, ਜੇ 4 ਦੀ ਭੁੱਖ ਆ ਤੇ 7 ਖਾ ਕੇ ਤੇ ਮੁੜ ਕੇ ਢਕਾਰ ਨਹੀਂ ਆਉਂਦਾ। ਫਿਰ ਆਪਾਂ ਤਾਂ ਦਵਾਈ ਦੇਣੀ ਆ, ਮਰੀਜ਼ ਨੂੰ ਦਵਾਈ ਦੇਣੀ ਆ। ਸੋ ਇਸ ਕਰਕੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਸ਼ਾਇਦ ਕੋਸ਼ਿਸ਼ ਹੈ ਤੇ ਤੁਹਾਡੇ ਜ਼ਰੀਏ ਨਾਲ ਫਰੂਕੀ ਸਾਹਿਬ ਵੀ, ਜੇ ਕੋਈ ਲੋਕਾਂ ਨੂੰ ਆਪਾਂ ਕਿਤੇ ਕਿਣਕਾ ਮਾਤਰ ਕਿਤੇ ਕੋਈ ਹਿੱਸਾ ਪਾ ਸਕੀਏ, ਪਰਮਾਤਮਾ ਸੁੱਖ ਰੱਖਣ, ਸਾਰੇ ਲੋਕ ਤੰਦਰੁਸਤ ਰਹਿਣ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਸੋ ਇਹ ਸਨ ਵੈਦ ਜਗਦੀਪ ਜੀ, ਜਿਨ੍ਹਾਂ ਨੇ ਬੜੇ ਹੀ ਤਰੀਕੇ ਨਾਲ ਔਰ ਬੜੇ ਹੀ ਸੁਚੱਜੇ ਢੰਗ ਨਾਲ ਜ਼ਿੰਦਗੀ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਆਪਣਾ ਖਾਣ ਪੀਣ ਠੀਕ ਕਰ ਲਈਏ, ਅਸੀਂ ਜਿਨ੍ਹਾਂ ਗੱਲਾਂ ਵੱਲ ਤੁਰੇ ਹੋਇਆ, ਬੇਅਰਥੀਆਂ ਗੱਲਾਂ ਵੱਲ ਤੁਰੇ ਹੋਇਆ, ਜੇਕਰ ਉਹਨਾਂ 'ਤੇ ਅਸੀਂ ਕਾਬੂ ਪਾ ਲਈਏ, ਜਿਹੜਾ ਭੱਜ ਰਹੇ ਦੌੜ ਰਹੇ ਮਨ ਦੇ ਉੱਤੇ ਕਾਬੂ ਪਾ ਲਈਏ ਅਤੇ ਆਪਣੇ ਸਾਥੀ ਪ੍ਰਤੀ ਵਫਾਦਾਰ ਰਹੀਏ, ਤਾਂ ਬਹੁਤ ਸਾਰੀਆਂ ਅਜਿਹੀਆਂ ਬਿਮਾਰੀਆਂ ਨੇ ਜਿਹੜੀਆਂ ਬੰਦੇ ਨੂੰ ਲੱਗਦੀਆਂ ਹੀ ਨਹੀਂ। ਔਰ ਉਹਨਾਂ ਨਾਲ ਜਿਸ ਤਰੀਕੇ ਨਾਲ ਅਸੀਂ ਡੀਲ ਕਰਦੇ ਹਾਂ, ਬਿਮਾਰੀਆਂ ਨੂੰ ਡੀਲ ਕਰਨ ਦਾ ਵੀ ਉਹਨਾਂ ਕਿਹਾ ਕਿ ਤਰੀਕਾ ਜਿਹੜਾ ਕਾਫੀ ਹੱਦ ਤੱਕ ਵਿਗੜ ਚੁੱਕਿਆ ਹੈ। ਜਿਸ ਚੀਜ਼ ਦੀ ਜੋ ਦਵਾਈ ਜਿਸ ਵੇਲੇ ਲੈਣੀ ਹੈ, ਉਸ ਚੀਜ਼ ਤੋਂ ਅਸੀਂ ਭਟਕ ਚੁੱਕੇ ਹਾਂ, ਜਿਸ ਕਰਕੇ ਸਾਡੀਆਂ ਬਿਮਾਰੀਆਂ ਨੇ ਜਿਹੜੀਆਂ ਉਹ ਵੱਧ ਰਹੀਆਂ ਨੇ। ਸੋ ਇਹ ਗੱਲਬਾਤ ਕਿਵੇਂ ਲੱਗੀ ਫਿਰ ਵੀ ਸਾਨੂੰ ਜ਼ਰੂਰ ਤੁਸੀਂ ਦੱਸਿਓ। ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਰ ਸਕਦੇ ਹੋ। ਫਿਲਹਾਲ ਮੈਨੂੰ ਇਹ ਗੱਲਬਾਤ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।